ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਤਨੇਮ ਦੀ ਚੌਥੀ ਬਾਣੀ ਚੌਪਈ ਸਾਹਿਬ ਦੀ ਕਥਾ ਸ਼ੁਰੂ ਹੋ ਰਹੀ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਸਿੱਖ ਜਗਤ ਦੇ ਵਿੱਚ 3-4 ਬਾਣੀਆਂ ਨੇ ਜਿਹਨਾਂ ਦੀ ਸਭ ਤੋਂ ਵੱਧ ਸੰਗਤ ਪਾਠ ਕਰਦੇ ਹੈ। ਪਹਿਲਾ ਮੂਲ ਮੰਤਰ, ਦੂਸਰਾ ਜਪਜੀ ਸਾਹਿਬ, ਤੀਸਰਾ ਚੌਪਈ ਸਾਹਿਬ, ਚੌਥਾ ਸੁਖਮਨੀ ਸਾਹਿਬ। ਇਹ ਬਹੁਤ ਜ਼ਿਆਦਾ ਇਹਨਾਂ ਦੇ ਪਾਠ ਕੀਤੇ ਜਾਂਦੇ ਹਨ। ਤਾਂ ਜਿਨ੍ਹਾਂ ਦੇ ਪਾਠ ਜ਼ਿਆਦਾ ਕੀਤੇ ਜਾਂਦੇ ਨੇ ਉਹ ਬਾਣੀਆਂ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ, ਉਹਦੇ ਅਰਥ ਚੰਗੀ ਤਰ੍ਹਾਂ ਆਉਣੇ ਚਾਹੀਦੇ ਨੇ, ਕਿਉਂਕਿ ਜਦੋਂ ਬਾਣੀ ਦੇ ਅਰਥ ਆਉਂਦੇ ਨੇ ਫਿਰ ਉਹ 'ਚ ਮਨ ਲੱਗਦਾ ਹੈ, ਉਹਦੀ ਸਮਝ ਆਉਂਦੀ ਹੈ। ਸੋ ਅੱਜ ਚੌਥੀ ਬਾਣੀ ਸ਼ੁਰੂ ਹੋ ਰਹੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ। ਗੁਰੂ ਮਹਾਰਾਜ ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਓਅੰਕਾਰ ਪਾ ਪਰਮਾਤਮਾ, ਸਤਿਗੁਰ ਗੁਰੂ ਦੀ ਪ੍ਰਸਾਦ ਕਿਰਪਾ ਨਾਲ। ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਫਿਰ ਅੱਗੇ ਲਿਖੇ ਬਾਣੀ ਕਿਹਦੀ ਹੈ? ਪਾਤਸ਼ਾਹੀ ਦਸਵੀਂ, 10ਵੇਂ ਪਾਤਸ਼ਾਹ ਦੀ ਬਾਣੀ ਹੈ। ਬਾਣੀ ਦਾ ਨਾਮ ਹੈ ਕਬੀਓ ਬਾਚ ਬੇਨਤੀ ਚੌਪਈ। ਖਿਆਲ ਰੱਖਣਾ, ਇੱਥੇ ਬੱਬੇ ਨੂੰ ਸਿਹਾਰੀ ਹੈ, ਸਿਹਾਰੀ ਦੀ ਆਵਾਜ਼ ਨਹੀਂ ਕੱਢਣੀ। ਜਦੋਂ ਅਖੀਰ 'ਤੇ ਯਈਆ ਹੋਵੇ ਅਤੇ ਯਈਏ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲੱਗੀ ਹੋਵੇ, ਜਾਂ ਜਦੋਂ ਬੋਲਣਾ ਹੈ ਉਹ ਬਿਹਾਰੀ ਦੀ ਆਵਾਜ਼ ਤਰ੍ਹਾਂ ਬੋਲਣਾ ਹੈ। ਜਿਵੇਂ ਆਪਾਂ ਕਵੀ ਕਹਿੰਦੇ ਹਾਂ, ਇਹ ਕਵਿਤਾ ਫਲਾਣੇ ਕਵੀ ਦੀ ਲਿਖੀ ਹੋਈ ਹੈ, ਇਸ ਲਈ ਇਹ ਕਬੀਓ ਬਾਚ ਨਹੀਂ ਹੈ, ਇਹ ਕਬੀਓ ਬਾਚ। ਖਿਆਲ ਰੱਖਣਾ, ਮੈਂ ਬਹੁਤ ਵਾਰੀ ਸੁਣਦਾ ਪਾਠੀਆਂ ਤੋਂ, ਉਹ ਪੜ੍ਹਦੇ ਕਬੀਓ ਬਾਚ ਬੇਨਤੀ ਚੌਪਈ। ਕਵੀ ਹੁੰਦਾ, ਕਵੀ ਤੋਂ ਬਣੇ, ਕਵੀਓ ਕਵੀ ਦੀ, ਕਬੀਓ ਇਹ ਪੜ੍ਹਨਾ। ਕੱਕੇ ਕੱਕਾ, ਬੱਬੇ ਨੂੰ ਬਿਹਾਰੀ, ਊੜੇ ਦਾ ਮੂੰਹ ਖੁੱਲ੍ਹਾ, ਕਬੀਓ ਬਾਚ ਬੇਨਤੀ। ਵੀ ਕਵੀ ਦੀ ਪਰਮਾਤਮਾ ਅੱਗੇ ਬੇਨਤੀ ਹੈ। ਬਾਣੀ ਦਾ ਨਾਮ ਚੌਪਈ। ਪਹਿਲੇ ਪਦ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਇਹਨੂੰ ਪ੍ਰਤਿਪਾਰਾ ਨਹੀਂ ਪੜ੍ਹ ਦੇਣਾ, ਇਹ ਪ੍ਰਤਿਪਾਰਾ ਹੈ। ਖਿਆਲ ਰੱਖਣਾ, ਇਹ ਸਾਰੀ ਬਾਣੀ ਦੇ ਵਿੱਚ ਅੱਖਰ ਤੇ ਪੰਜਾਬੀ ਦੇ ਨੇ, ਜਿਹਨੂੰ ਗੁਰਮੁਖੀ ਕਹਿੰਦੇ ਹਨ। ਅੱਖਰ ਤੇ ਗੁਰਮੁਖੀ ਦੇ ਨੇ, ਗੱਲ ਸਾਰੀ ਹਿੰਦੀ 'ਚ ਹੈ, ਗੱਲ ਸਾਰੀ ਹਿੰਦੀ ਦੇ ਵਿੱਚ ਹੈ। ਸੋ ਜਿਨ੍ਹਾਂ ਨੂੰ ਤਾਂ ਹਿੰਦੀ ਚੰਗੀ ਤਰ੍ਹਾਂ ਆਉਂਦੀ ਹੈ ਉਹਨਾਂ ਲਈ ਤਾਂ ਬਾਣੀ ਸਮਝਣੀ ਕੋਈ ਔਖੀ ਨਹੀਂ, ਪਰ ਜਿਨ੍ਹਾਂ ਨੂੰ ਹਿੰਦੀ ਚੰਗੀ ਤਰ੍ਹਾਂ ਨਹੀਂ ਆਉਂਦੀ ਉਹਨਾਂ ਨੂੰ ਥੋੜ੍ਹਾ ਜਿਹਾ ਔਖਾ ਹੈ। ਇਸ ਲਈ ਇਹਦੇ ਅਰਥ ਕਰ ਰਹੇ ਆਪਾਂ। ਹਮਰੀ ਕਰੋ ਹਾਥ ਦੈ ਰੱਛਾ, ਦੈ ਮੈਨੇ ਦੇ ਕੇ, ਰੱਛਾ ਮੈਨੇ ਰੱਖਿਆ। ਹੇ ਪਰਮਾਤਮਾ, ਦਸਮ ਪਾਤਸ਼ਾਹ ਕਹਿੰਦੇ ਹੇ ਪਰਮਾਤਮਾ, ਆਪਾਂ ਜਦੋਂ ਇਹ ਬਾਣੀ ਪੜ੍ਹਦੇ ਹਾਂ ਆਪਾਂ ਦਸਮ ਪਾਤਸ਼ਾਹ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ। 10ਵੇਂ ਪਾਤਸ਼ਾਹ ਪਰਮਾਤਮਾ ਨੂੰ ਕਹਿ ਰਹੇ ਨੇ। ਦਸਮ ਪਾਤਸ਼ਾਹ ਦਾ ਗੁਰੂ ਪਰਮਾਤਮਾ ਹੈ, ਤਾਂ ਹੀ ਉਹ ਕਹਿੰਦੇ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਸ ਬਾਣੀ 'ਚ ਉਹਨਾਂ ਲਿਖਿਆ ਹੋਇਆ ਕਿ ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਇੱਕੋ ਜਿਹਾ ਹੈ, ਉਹੀ ਸਾਡਾ ਗੁਰੂ ਹੈ। ਸੋ ਗੁਰੂਆਂ ਦਾ ਗੁਰੂ ਤਾਂ ਹੈਗਾ ਪਰਮਾਤਮਾ। ਜਿਵੇਂ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ? ਪਰਮਾਤਮਾ।
ਕਿਉਂਕਿ ਉਹ ਗੁਰਮੰਤਰ ਲੈਣ ਲਈ ਪਰਮਾਤਮਾ ਕੋਲ ਗਏ ਸਨ। ਪਰਮਾਤਮਾ ਨੇ ਗੁਰੂ ਨਾਨਕ ਦੇਵ ਨੂੰ ਗੁਰਮੰਤਰ ਦਿੱਤਾ। ਇਸ ਲਈ ਗੁਰੂ ਨਾਨਕ ਦੇਵ ਦਾ ਪਰਮਾਤਮਾ, ਗੁਰੂ ਨਾਨਕ ਦੇ ਗੁਰੂ ਪਰਮਾਤਮਾ ਹੈ। ਦਸਵੇਂ ਪਾਤਸ਼ਾਹ ਆਪ ਕਹਿੰਦੇ ਨੇ ਕਿ ਸਾਡਾ ਗੁਰੂ ਪਰਮਾਤਮਾ ਹੈ। ਉਹ ਪਰਮਾਤਮਾ ਨੂੰ ਬੇਨਤੀ ਕਰ ਰਹੇ ਨੇ। ਜਦੋਂ ਆਪਾਂ ਪੜ੍ਹਦੇ ਹਾਂ, ਆਪਾਂ ਦਸਮ ਪਾਤਸ਼ਾਹ ਨੂੰ ਬੇਨਤੀ ਕਰਦੇ ਮਨ 'ਚ, ਆਪਾਂ ਦਸਮ ਪਾਤਸ਼ਾਹ ਨੂੰ ਬੇਨਤੀ ਕਰਦੇ, ਕਿਉਂਕਿ ਸਾਡੇ ਗੁਰੂ ਦਸਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਹਨ। ਸੋ ਦਸਮ ਪਾਤਸ਼ਾਹ ਪਰਮਾਤਮਾ ਨੂੰ ਕਹਿ ਰਹੇ ਨੇ, ਹਮਰੀ ਕਰੋ ਹਾਥ ਦੈ ਰੱਛਾ, ਵੀ ਸਾਡੀ ਹੱਥ ਦੇ ਕੇ ਰੱਖਿਆ ਕਰੋ। ਜੇ ਮੰਨ ਲਓ ਮੈਂ ਅਚਾਨਕ ਡਿੱਗਣ ਲੱਗਾ ਅਤੇ ਕੋਲ 2-3 ਬੱਚੇ ਖੜ੍ਹੇ, ਜੇ ਬੰਦੇ ਖੜ੍ਹੇ ਨੇ, ਉਹ ਅੱਗੇ ਹੱਥ ਕਰ ਦਿੰਦੇ ਨੇ ਅਤੇ ਮੈਨੂੰ ਡਿੱਗਣ ਤੋਂ ਬਚਾ ਲੈਂਦੇ ਨੇ। ਉਹ ਹੈ ਹੱਥ ਦੇ ਕੇ ਰੱਖਿਆ ਕਰਨਾ। ਹਮਰੀ ਕਰੋ ਹਾਥ ਦੈ ਰੱਛਾ, ਦੈ ਮੈਨੇ ਦੇ ਕੇ, ਰੱਛਾ ਮੈਨੇ ਰੱਖਿਆ। ਹੇ ਪਰਮਾਤਮਾ, ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰੋ। ਪੂਰਨ ਹੋਏ ਚਿੱਤ ਕੀ ਇੱਛਾ, ਸਾਡੇ ਜਿਹੜੀ ਮਨ ਦੀ ਇੱਛਾ ਹੈ ਉਹ ਪੂਰੀ ਹੋਵੇ। ਚਿੱਤ ਮਨ ਨੂੰ ਕਹਿੰਦੇ, ਸਾਡੇ ਮਨ ਦੀ ਇੱਛਾ ਪੂਰੀ ਹੋਵੇ। ਤਬ ਚਰਨਨ ਮਨ ਰਹਿ ਹਮਾਰਾ, ਚਰਨ ਤੋਂ ਚਰਨ ਦਾ ਬਹੁਵਚਨ ਬਣਾਇਆ ਚਰਨਨ। ਤਬ ਮੈਨੇ ਤੇਰੇ, ਤਬ ਚਰਨਨ ਮਨ ਰਹਿ ਹਮਾਰਾ, ਸਾਡਾ ਮਨ ਹਮੇਸ਼ਾ ਤੇਰੇ ਚਰਨਾਂ ਵੱਲ ਰਹੇ। ਭਾਵ ਸਾਡਾ ਜਿਹੜਾ ਸਾਰਾ ਧਿਆਨ ਹੈ ਤੇਰੇ ਚਰਨਾਂ ਵੱਲ ਰਹੇ। ਹੁਣ ਸਵਾਲ ਪੈਂਦਾ ਵੀ ਚਿਹਰੇ ਵੱਲ ਕਿਉਂ ਨਹੀਂ ਕਿਹਾ, ਵੀ ਸਾਡਾ ਧਿਆਨ ਤੇਰੇ ਚਿਹਰੇ ਵੱਲ ਰਹੇ, ਕਿ ਸਾਡਾ ਧਿਆਨ ਤੇਰੇ ਚਰਨਾਂ ਵੱਲ ਰਹੇ। ਚਰਨਾਂ ਦੀ ਆਪਣੀ ਮਹਾਨਤਾ ਹੈ। ਸਤਵੇਂ ਪਾਤਸ਼ਾਹ ਦੇ ਜੀਵਨ 'ਚ ਆਉਂਦਾ ਹੈ ਕਿ ਉਹਨਾਂ ਦੇ ਇੱਕ ਪਿਆਰਾ ਸਿੱਖ ਭਾਈ ਗੋਂਦਾ ਕਾਬਲ 'ਚ ਰਹਿੰਦਾ। ਪੁਰਾਤਨ ਸਿੱਖ ਬੜੇ ਸਿੰਪਲ ਲਾਈਫ ਸੀ, 10-9 ਦੀ ਕਿਰਤ ਹੁੰਦੀ ਸੀ। ਗੁਰੂ ਮਹਾਰਾਜ ਦਾ ਸਰੀਰ ਰੂਪ ਸਨ, ਗੁਰੂ ਮਹਾਰਾਜ ਤੋਂ ਡਰ ਕੇ ਰਹਿੰਦੇ ਸਨ, ਇਸ ਲਈ ਸ਼ੁਭ ਕਰਮ ਕਰਦੇ ਸਨ। ਬੱਚੇ ਹੌਲੀ, ਇਸ ਲਈ ਅਵਸਥਾ ਉਹਨਾਂ ਦੀ ਉੱਚੀ ਹੋ ਜਾਂਦੀ ਸੀ। ਅੱਜ ਕੱਲ੍ਹ ਘੋਰ ਕਲਯੁੱਗ ਹੈ। ਸਾਡਾ ਜਿਹੜਾ ਗੁਰੂ ਹੈ ਇਹ ਸ਼ਬਦ ਗੁਰੂ ਹੋਣ ਕਰਕੇ ਬਹੁਤ ਘੱਟ ਲੋਕ ਡਰਦੇ ਨੇ। ਕਈ ਵਾਰੀ ਹੁਣ ਗੁਰਦੁਆਰਿਆਂ ਦੀ ਗੋਲਕਾਂ ਚੋਰ ਚੱਕ ਕੇ ਲੈ ਜਾਂਦੇ ਨੇ। ਹੁਣ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੀ ਥਾਂ 'ਤੇ ਉੱਥੇ ਗੁਰੂ ਮਹਾਰਾਜ ਆ ਬੈਠੇ ਹੋਣ, ਫਿਰ ਤਾਂ ਨਹੀਂ ਚੱਕ ਸਕਦੇ ਹੋ, ਫਿਰ ਨਹੀਂ ਚੱਕ ਸਕਦੇ। ਬੰਦੇ ਦਾ ਜ਼ਿਆਦਾ ਡਰ ਹੁੰਦਾ ਹੈ। ਹਾਲਾਂਕਿ ਦੇਖ ਤੇ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਨੂੰ ਰਿਹਾ ਹੈ, ਪਰ ਜੇ ਬੰਦਾ ਬੈਠਾ ਹੁੰਦਾ ਤਾਂ ਉਹਨਾਂ ਡਾਂਗ ਕੱਢ ਮਾਰਨੀ ਸੀ ਉਹਨਾਂ ਨੂੰ, ਜਾਂ ਜੇ ਕੋਈ ਹਥਿਆਰ ਸੀ ਤਾਂ ਹਥਿਆਰ ਮਾਰਨਾ ਸੀ। ਇਸ ਲਈ ਮੈਂ ਦੇਖਿਆ ਬੰਦਾ ਸਰੀਰ ਤੋਂ ਡਰਦਾ ਹੈ, ਇਹ ਸ਼ਬਦ ਗੁਰੂ ਤੋਂ ਬਹੁਤ ਘੱਟ ਡਰਦਾ ਹੈ। ਹੁਣ ਚਰਨਾਂ ਦਾ ਧਿਆਨ ਧਰਨ, ਦੇਖੋ ਚਰਨਾਂ ਦੀ ਮਹਾਨਤਾ ਦੱਸਣ ਲੱਗੇ। ਭਾਈ ਗੋਂਦਾ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ, ਉੱਥੇ ਰਹਿੰਦੇ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜੀ ਮਾਰ ਕੇ ਬੈਠ ਗਿਆ ਹੈ। ਸਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ ਹੈ। ਚਰਨਾਂ ਦਾ ਧਿਆਨ ਧਰ ਰਿਹਾ ਅਤੇ ਸਿਮਰਨ 'ਚ ਲੱਗ ਗਿਆ। ਚਰਨਾਂ ਨਾਲ ਬਿਰਤੀ ਜੁੜ ਗਈ ਹੈ। ਉਹਦੇ ਸਤਵੇਂ ਪਾਤਸ਼ਾਹ ਨੂੰ ਕੀਰਤਪੁਰ ਸਾਹਿਬ ਪਤਾ ਲੱਗ ਗਿਆ ਵੀ ਭਾਈ ਗੋਂਦੇ ਨੇ ਸਾਡੇ ਚਰਨ ਫੜ ਲਏ। ਉਹਦੀ ਸ਼ਰਧਾ ਭਾਵਨਾ ਵੇਖ ਕੇ ਗੁਰੂ ਮਹਾਰਾਜ ਅਡੋਲ ਬੈਠੇ ਰਹੇ, ਆਪਣਾ ਸਿਮਰਨ ਕਰਦੇ, ਰੱਖਾ ਬੰਦ ਨੇ। ਦਿਨ ਚੜ੍ਹ ਗਿਆ ਹੈ, ਸੰਗਤ ਆਉਣੀ ਸ਼ੁਰੂ ਹੋ ਗਈ ਹੈ, ਲੰਗਰ ਦਾ ਸਮਾਂ ਹੋ ਗਿਆ ਹੈ, ਪਰ ਗੁਰੂ ਮਹਾਰਾਜ ਆਪਣੇ ਨੇਤਰ ਹੀ ਨਹੀਂ ਖੋਲ੍ਹ ਰਹੇ। ਕਾਫੀ ਦੇਰ ਬਾਅਦ ਗੁਰੂ ਮਹਾਰਾਜ ਨੇ ਆਪਣੇ ਨੇਤਰ ਖੋਲ੍ਹੇ ਅਤੇ ਹੱਥ ਉੱਪਰ ਕਰਕੇ ਕਹਿੰਦੇ, ਸਿੱਖਾ ਨਿਹਾਲ ਨਿਹਾਲ ਨਿਹਾਲ, ਭਾਵ ਖੁਸ਼ ਰਹੋ ਖੁਸ਼ ਰਹੋ ਖੁਸ਼ ਰਹੋ।
ਸਿੱਖਾਂ ਪੁੱਛਿਆ, ਮਹਾਰਾਜ ਜੀ ਅੱਜ ਕਿਹਨੂੰ ਨਿਹਾਲ ਕੀਤਾ? ਕਹਿੰਦੇ ਭਾਈ ਗੋਂਦਾ ਹੈਗਾ ਕਾਬਲ 'ਚ ਰਹਿੰਦਾ ਆਪਣਾ ਸਿੱਖ, ਉਸਨੇ ਸੁਰਤ ਨਾਲ ਸਾਡੇ ਚਰਨ ਫੜ ਲਏ, ਉਹ ਛੱਡੇ ਨਾ। ਅਸੀਂ ਉਹਦੀ ਸ਼ਰਧਾ ਵੇਖ ਕੇ ਬੈਠੇ ਰਹੇ ਵੀ ਜਦੋਂ ਛੱਡੇਗਾ ਉਦੋਂ ਸਹੀ। ਹੁਣ ਉਹਦੀ ਬਿਰਤੀ ਉਖੜੀ ਹੈ, ਉਹਨੇ ਸਾਡੇ ਚਰਨਾਂ ਦਾ ਧਿਆਨ ਛੱਡਿਆ ਹੈ, ਇਸ ਲਈ ਅਸੀਂ ਆਪਣੇ ਹੁਣ ਨੇਤਰ ਖੋਲ੍ਹੇ ਹਨ। ਸੋ ਪੁਰਾਣੇ ਜ਼ਮਾਨੇ ਦੇ ਵਿੱਚ ਚਰਨਾਂ ਦਾ ਧਿਆਨ ਹੀ ਰੱਖਿਆ ਕਰਦੇ ਸਨ। ਇਸ ਲਈ ਦਸਮ ਪਾਤਸ਼ਾਹ ਦਾ ਵੇਲਾ ਹੈ। ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੇ ਕੋਈ ਸਲਾਹ ਕੀਤੀ ਵੀ ਆਪਾਂ ਇਕੱਠੇ ਹੋ ਕੇ ਨਾ ਅਨੰਦਪੁਰ ਸਾਹਿਬ ਹਮਲਾ ਕਰ ਦਈਏ, ਅਨੰਦਪੁਰ ਸਾਹਿਬ 'ਤੇ ਵੀ ਦਸਮ ਪਾਤਸ਼ਾਹ ਤੋਂ ਭਜਾ ਦਈਏ, ਔਰੰਗਜ਼ੇਬ ਆਪਣੇ 'ਤੇ ਖੁਸ਼ ਹੋ ਜਾਏਗਾ। ਇੱਕ ਮੰਤਰੀ ਦੇਵੀ ਦਾਸ ਸੀ ਸਿਆਣਾ, ਦਸਮ ਪਾਤਸ਼ਾਹ ਦਾ ਮਨ 'ਚ ਸ਼ਰਧਾਲੂ ਵੀ ਸੀ। ਉਹ ਕਹਿੰਦਾ ਵੀ ਦਸਮ ਪਾਤਸ਼ਾਹ ਨੇ ਤੁਹਾਨੂੰ ਕੀ ਕਿਹਾ? ਤੁਸੀਂ ਉਹਨਾਂ ਦੇ ਵਿਰੁੱਧ ਲੜਾਈ ਕੀਤੀ, ਉਹ ਜਿੱਤ ਗਏ। ਜੇ ਉਹ ਚਾਹੁੰਦੇ ਤੁਹਾਡਾ ਸਾਰਾ ਦਾ ਰਾਜ ਖੋ ਕੇ ਆਪ ਰਾਜੇ ਬਣ ਸਕਦੇ ਸਨ, ਪਰ ਉਹਨਾਂ ਤੁਹਾਡਾ ਰਾਜ ਨਹੀਂ ਖੋਇਆ। ਤੁਸੀਂ ਉਹਨਾਂ ਦੇ ਪਹਿਲਾਂ ਹਮਲਾ ਕੀਤਾ, ਉਹਨਾਂ ਮੁਕਾਬਲਾ ਕਰਨਾ ਹੀ ਕਰਨਾ ਸੀ। ਦੱਸੋ ਗੁਰੂ ਮਹਾਰਾਜ ਤੁਹਾਡਾ ਕੀ ਵਿਗਾੜਿਆ? ਵਿੱਚ ਇੱਕ ਬੋਲਿਆ, ਇਹ ਕਹਿੰਦਾ ਗੁਰੂ ਦਾ ਜਸੂਸ ਹੈ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਫੈਸਲਾ ਹੋਇਆ ਵੀ ਇਹਨੂੰ ਪਹਾੜੀ 'ਤੇ ਲੈ ਜਾਓ, ਤੱਤੀਆਂ ਸਲਾਈਆਂ ਕਰਕੇ ਇਹਦੀਆਂ ਅੱਖਾਂ 'ਚ ਫੇਰ ਦਿਓ, ਆਪੇ ਉੱਥੇ ਅੰਨਾ ਹੋ ਜਾਏਗਾ, ਪਹਾੜੀ ਤੋਂ ਡਿੱਗ ਡੁੱਗ ਕੇ ਆਪੇ ਮਰ ਜਾਏਗਾ। ਮਤਾ ਪਾਸ ਹੋ ਗਿਆ। ਬੰਦੇ ਦੋ ਲਾਤੇ ਨੇ, ਅੱਗ ਲੈ ਜਾਓ, ਸਲਾਈਆਂ ਲੈ ਜਾਓ, ਇਹਨੂੰ ਲੈ ਜਾਓ। ਲੈ ਕੇ ਪਹਾੜੀ 'ਤੇ ਜਿੱਥੇ ਕਿਹਾ ਸੀ। ਉਹ ਵਿਚਾਰਿਆਂ ਨੂੰ ਪਤਾ ਸੀ ਜਿਹੜੇ ਗਏ ਸਨ ਬੰਦੇ ਵੀ ਇਹ ਬੰਦਾ ਤਾਂ ਬਹੁਤ ਚੰਗਾ ਹੈ। ਉਹ ਕਹਿੰਦੇ ਜੀ ਸਾਡਾ ਜੀਅ ਤਾਂ ਨਹੀਂ ਕਰਦਾ, ਕਿਉਂਕਿ ਤੁਸੀਂ ਬਹੁਤ ਚੰਗੇ ਹੋਵੇ, ਅਸੀਂ ਤੁਹਾਡੀ ਅੱਖਾਂ ਸਲਾਈਆਂ ਫੇਰੀਏ, ਪਰ ਕੀ ਕਰੀਏ, ਸਾਨੂੰ ਹੁਕਮ ਹੈ, ਜੇ ਅਸੀਂ ਨਹੀਂ ਕਰਾਂਗੇ ਸਾਨੂੰ ਮਾਰ ਦੇਣਗੇ। ਉਹ ਕਹਿੰਦੇ ਠੀਕ ਹੈ ਭਾਈ, ਤੁਹਾਨੂੰ ਜਿਹੜਾ ਹੁਕਮ ਹੈ ਤੁਸੀਂ ਆਪਣਾ ਕਰੋ। ਉਹ ਕਹਿੰਦੇ ਜੀ ਅਸੀਂ ਨਾ ਦੇਖੋ ਅੱਗ ਤਿਆਰ ਹੈ, ਸਲਾਈਆਂ ਲਾਲ ਸੁਰਖ ਹੋ ਗਈਆਂ ਨੇ, ਤੁਸੀਂ ਕਿਸੇ ਦੇਵੀ ਦੇਵਤੇ ਨੂੰ ਧਿਆਉਣਾ ਤਾਂ ਧਿਆ ਲਓ, ਅਸੀਂ ਤੁਹਾਡੀਆਂ ਅੱਖਾਂ 'ਚ ਸਲਾਈਆਂ ਫੇਰਨ ਲੱਗੇ ਹਾਂ। ਉਸ ਨੇ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ। ਚਰਨਾਂ ਦਾ ਧਿਆਨ ਜਿਉਂ ਹੀ ਧਰਿਆ, ਜਿਵੇਂ ਬੰਦਾ ਪੂਰਾ ਡਰਿਆ ਹੋਇਆ ਸੀ ਮੌਤ ਵੀ ਮੈਂ ਨਾ ਹੋ ਜਾਣਾ ਹੈ। ਚਰਨਾਂ ਦਾ ਧਿਆਨ ਧਰਿਆ, ਦਸਮ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਦੇਵੀ ਦਾਸ ਨੇ ਸਾਡੇ ਚਰਨ ਪਕੜ ਲਏ ਹਨ। ਗੁਰੂ ਮਹਾਰਾਜ ਉਸੇ ਤਰ੍ਹਾਂ ਬੈੱਡ 'ਤੇ ਲੇਟੇ ਸਨ, ਉਸੇ ਤਰ੍ਹਾਂ ਲੇਟੇ ਰਹੇ। ਉਹਨਾਂ ਨੇ ਉਹਦੀ ਅੱਖਾਂ 'ਚ ਤੱਤੀਆਂ ਸਲਾਈਆਂ ਫੇਰਤੀਆਂ। ਉਹਨਾਂ ਸਮਝਿਆ ਅੰਨਾ ਹੋ ਗਿਆ ਹੈ, ਉਹ ਤੋਂ ਉੱਤੋਂ ਚਲੇ ਗਏ। ਕੋਈ ਦੇਰ ਬਾਅਦ ਦੇਵੀ ਦਾਸ ਦੀ ਬਿਰਤੀ ਉਖੜੀ। ਉਹਨੇ ਦੇਖਿਆ ਵੀ ਸਲਾਈਆਂ 'ਤੇ ਅਜੇ ਵੀ ਅੱਗ ਤੱਤੀਆਂ ਬਣੇ ਹੈ ਅਤੇ ਮੈਨੂੰ ਤਾਂ ਦਿਸਦਾ। ਉਹ ਤਾਂ ਬੜਾ ਹੈਰਾਨ ਹੋਇਆ ਹੈ ਵੀ ਤਾਂ ਦਸਮ ਪਾਤਸ਼ਾਹ ਨੇ ਕਿਰਪਾ ਕਰਤੀ ਹੈ। ਉਹ ਸਿੱਧਾ ਹੀ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਅਨੰਦਪੁਰ ਸਾਹਿਬ ਪਹੁੰਚੇ, ਸੇਵਾਦਾਰਾਂ ਨੂੰ ਕਿਹਾ ਵੀ ਦਸਮ ਪਾਤਸ਼ਾਹ ਨੂੰ ਕਹੋ ਜੀ ਦੇਵੀ ਦਾਸ ਮੰਤਰੀ ਤੁਹਾਨੂੰ ਮਿਲਣ ਆਇਆ। ਦਸਮ ਪਾਤਸ਼ਾਹ ਕਹਿੰਦੇ ਉਹਨੂੰ ਅੰਦਰ ਹੀ ਲੈ ਆਓ। ਜਦੋਂ ਉਹਨੇ ਦਸਮ ਪਾਤਸ਼ਾਹ ਚਰਨਾਂ 'ਤੇ ਮੱਥਾ ਟੇਕਿਆ, ਕੀ ਦੇਖਦਾ ਵੀ ਦਸਮ ਪਾਤਸ਼ਾਹ ਨੇ ਦੋਨਾਂ ਪੈਰਾਂ 'ਤੇ ਪੱਟੀਆਂ ਬੰਨੀਆਂ ਹੋਈਆਂ। ਉਹ ਬੜਾ ਹੈਰਾਨ ਹੋਇਆ। ਕਹਿੰਦੇ ਮਹਾਰਾਜ ਜੀ ਤੁਹਾਡੇ ਚਰਨਾਂ ਨੂੰ ਕੀ ਹੋ ਗਿਆ? ਕਹਿੰਦੇ ਦੇਵੀ ਦਾਸ ਸ਼ੁਕਰ ਹੈ ਤੂੰ ਸਾਡੇ ਮੂੰਹ ਦਾ ਧਿਆਨ ਨਹੀਂ ਧਰਿਆ, ਚਰਨਾਂ ਦਾ ਹੀ ਧਰਿਆ। ਉਹ ਜਿਹੜੇ ਤੱਤੀਆਂ ਸਲਾਈਆਂ ਸਨ ਉਹ ਸਾਡੇ ਚਰਨਾਂ 'ਤੇ ਫਿਰ ਗਈਆਂ ਨੇ, ਤੇਰੀਆਂ ਅੱਖਾਂ 'ਤੇ ਸਾਬਤ ਰਹਿ ਗਈਆਂ ਨੇ। ਉਹ ਵਿਚਾਰਾ ਵੈਰਾਗ 'ਚ ਆ ਗਿਆ ਹੈ। ਦਸਮ ਪਾਤਸ਼ਾਹ ਕਹਿੰਦੇ ਨਹੀਂ ਭਾਈ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ ਸੀ, ਇਸ ਲਈ ਤੇਰੀ ਅਸੀਂ ਸਾਰੀ ਬਿਪਤਾ ਆਪਣੇ 'ਤੇ ਲੈ ਲਈ। ਤੀਸਰੇ ਪਾਤਸ਼ਾਹ ਦੇ ਜੀਵਨ 'ਚ ਵੀ ਆਉਂਦਾ ਹੈ, ਕਿਉਂਕਿ ਤੀਸਰੇ ਪਾਤਸ਼ਾਹ ਨੇ 12 ਸਾਲ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ, ਸਿਮਰਨ ਕੀਤਾ। ਸਾਰਾ ਸਰੀਰ ਪਵਿੱਤਰ ਹੋ ਗਿਆ ਹੈ ਸਿਮਰਨ ਨਾਲ।
ਉਹਨਾਂ ਦੇ ਜੀਵਨ 'ਚ ਵੀ ਆਉਂਦਾ ਹੈ ਕਿ ਸਵੇਰੇ ਸਿਮਰਨ ਤੋਂ ਬਾਅਦ ਜਦੋਂ ਗਲੀ 'ਚ ਸੈਰ ਕਰਨ ਨਿਕਲਦੇ ਸਨ ਤੀਸਰੇ ਪਾਤਸ਼ਾਹ, ਸਰਦੀਆਂ ਦੇ ਮੌਸਮ ਵਿੱਚ ਜਿਹੜੇ ਕੀੜੇ ਠੰਡ ਨਾਲ ਮਰ ਜਾ ਕਰਦੇ ਸਨ ਗਲੀ 'ਚ, ਜਦੋਂ ਤੀਸਰੇ ਪਾਤਸ਼ਾਹ ਦੇ ਚਰਨ ਉਹਨਾਂ 'ਤੇ ਟਿਕਦੇ ਸਨ, ਉਹ ਮਰੇ ਹੋਏ ਕੀੜੇ ਜਿਉਂਦੇ ਅਜੇ ਕਰਦੇ ਸਨ। ਇੰਨਾ ਹੈ ਚਰਨਾਂ 'ਚ, ਸਾਧੂਆਂ ਦੇ ਗੁਰੂਆਂ ਦੇ ਚਰਨਾਂ 'ਚ ਇੰਨੀ ਸ਼ਕਤੀ ਹੈ। ਵੈਸੇ ਤਾਂ ਸਾਧੂ ਜਾਂ ਗੁਰੂ ਜਿੱਥੇ ਬਹਿ ਜੇ ਸਾਰੀ ਧਰਤੀ ਪਵਿੱਤਰ ਹੋ ਜਾਂਦੀ, ਸਾਰੀ ਧਰਤੀ ਪਵਿੱਤਰ ਹੋ ਜਾਂਦੀ, ਕਿਉਂਕਿ ਚਰਨ ਟਿਕੇ ਨੇ। ਸੰਤਾਂ ਮਹਾਤਮਾ ਕੋਲ ਲੋਕ ਜਾਂਦੇ ਨੇ, ਬਾਬਾ ਜੀ ਸਾਡੇ ਘਰ ਚਰਨ ਪਾ ਦਿਓ, ਇਹੀ ਕਹਿੰਦੇ, ਇਹੀ ਕਹਿੰਦੇ ਸਾਡੇ ਘਰ ਚਰਨ ਪਾ ਦਿਓ। ਕਿਉਂ? ਨਾਮ ਜਪਿਆ ਹੁੰਦਾ ਹੈ, ਨਾਮ ਜਪਣ ਦਾ ਸਰੀਰ ਦੇ ਸਾਰੇ ਅੰਗ ਪਵਿੱਤਰ ਹੋ ਗਏ ਹੁੰਦੇ ਨੇ। ਨਾਮ ਜਪਣ ਵਾਲੇ ਜਦੋਂ ਚਰਨ ਜਿੱਥੇ ਰੱਖਦੇ ਧਰਤੀ ਪਵਿੱਤਰ ਹੋ ਜਾਂਦੀ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਗੁਰੂ ਨਾਨਕ ਦੇ ਚਰਨ ਧਰਦੇ ਸਨ ਥਾਂ ਹੀ ਪੂਜਣ ਯੋਗ ਹੋ ਜਾਂਦੀ ਸੀ। ਸ਼ਿਵ ਜੀ ਮਹਾਰਾਜ ਦੇ ਜੀਵਨ 'ਚ ਵੀ ਆਉਂਦਾ ਹੈ। ਇੱਕ ਵਾਰੀ ਸ਼ਿਵ ਜੀ ਪਾਰਵਤੀ ਆਕਾਸ਼ 'ਤੇ ਜਾ ਰਹੇ ਨੇ। ਸ਼ਿਵ ਜੀ ਮਹਾਰਾਜ ਆਪਣਾ ਉੱਡਣ ਖਟੋਲਾ, ਜਿਹਨੂੰ ਅੱਜ ਕੱਲ੍ਹ ਹੈਲੀਕਾਪਟਰ ਕਹਿੰਦੇ, ਉੱਡਣ ਖਟੋਲਾ ਇੱਕ ਉਜਾੜ ਬੀਆਬਾਨ ਥਾਂ 'ਤੇ ਉਤਾਰਿਆ ਅਤੇ ਪਾਰਵਤੀ ਨੂੰ ਕਹਿੰਦੇ, ਪਾਰਵਤੀ ਤੂੰ ਵਿੱਚ ਹੀ ਬੈਠ, ਮੈਂ ਹੁਣੇ ਆਇਆ। ਥੋੜ੍ਹੀ ਦੂਰ ਜਾ ਕੇ ਸ਼ਿਵ ਜੀ ਮਹਾਰਾਜ ਨੇ ਧਰਤੀ 'ਤੇ ਮੱਥਾ ਟੇਕਿਆ ਅਤੇ ਵਾਪਸ ਆ ਗਏ। ਪਾਰਵਤੀ ਕਹਿੰਦੀ, ਸੁਆਮੀ ਜੀ ਜਿੱਥੇ ਤੁਸੀਂ ਮੱਥਾ ਟੇਕਿਆ ਉੱਥੇ ਸਾਧੂ ਤੇ ਕੋਈ ਹੈ ਨਹੀਂ ਸੀ, ਤੁਸੀਂ ਕਿਹਨੂੰ ਮੱਥਾ ਟੇਕਿਆ? ਕਹਿੰਦੇ, ਪਾਰਵਤੀ ਅੱਜ ਤੋਂ 200 ਸਾਲ ਪਹਿਲਾਂ ਉਸ ਧਰਤੀ 'ਤੇ ਸਾਧੂਆਂ ਦੀ ਟੋਲੀ ਬੈਠ ਕੇ ਭਜਨ ਬੰਦਗੀ ਕਰਦੀ ਸੀ, ਇਸ ਲਈ ਉਹ ਧਰਤੀ ਹੋ ਗਈ ਪਵਿੱਤਰ ਅਤੇ ਮੈਂ ਧਰਤੀ ਨੂੰ ਮੱਥਾ ਟੇਕਿਆ। ਹੇ ਧਰਤੀਏ, ਤੂੰ ਕਿੰਨੇ ਭਾਗਾਂ ਵਾਲੀ ਹੈ, ਤੇਰੇ 'ਤੇ ਆ ਕੇ ਸਾਧੂ ਬੈਠੇ, ਤੂੰ ਪਵਿੱਤਰ ਹੋ ਗਈ ਹੈ। ਸੋ ਚਰਨਾਂ ਦੀ ਆਪਣੀ ਇੱਕ ਮਹਾਨਤਾ ਹੈ। ਤਾਂ ਦਸਮ ਪਾਤਸ਼ਾਹ ਕਹਿੰਦੇ, ਤਬ ਚਰਨਨ ਮਨ ਰਹਿ ਹਮਾਰਾ। ਹੇ ਪਰਮਾਤਮਾ, ਤੁਹਾਡੇ ਚਰਨਾਂ ਦੇ ਵੱਲ ਸਾਡੇ ਮਨ ਦਾ ਹਮੇਸ਼ਾ ਧਿਆਨ ਰਹੇ। ਆਪਣਾ ਜਾਣ ਕਰੋ ਪ੍ਰਤਿਪਾਰਾ, ਆਪਣਾ ਸਮਝ ਕੇ ਮੇਰੀ ਪਾਲਣਾ ਪੋਸ਼ਣਾ ਕਰੋ। ਪ੍ਰਤਿਪਾਰਾ ਹੁੰਦਾ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨਾ, ਭਾਵ ਚੰਗੀ ਤਰ੍ਹਾਂ ਮੇਰੀ ਪਾਲਣਾ ਪੋਸ਼ਣਾ ਕਰੋ। ਫਿਰ ਸੁਣ ਲਓ, ਦਸਮ ਪਾਤਸ਼ਾਹ ਕਹਿੰਦੇ, ਹੈਡਿੰਗ ਹੈ, ਕਬੀਓ ਬਾਚ ਬੇਨਤੀ ਚੁਪਈ। ਕਬੀਓ, ਬੱਬੇ ਨੂੰ ਬਿਹਾਰੀ ਲਾ ਕੇ ਪੜ੍ਹਨਾ। ਜੇ ਯਈਏ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਨਾ ਲੱਗੀ ਹੋਵੇ ਤਾਂ ਸਿਹਾਰੀ ਲਾ ਕੇ ਬੋਲਣਾ। ਜੇ ਬੱਬੇ ਨੂੰ ਸਿਹਾਰੀ ਨਾ ਲੱਗੀ ਹੁੰਦੀ ਫਿਰ ਆਪਾਂ ਪੜ੍ਹਦੇ ਕਬਿਓ, ਪਰ ਉਹ ਫਿਰ ਗਲਤ ਹੋ ਜਾਣਾ ਸੀ, ਇਸ ਲਈ ਗੁਰੂ ਮਹਾਰਾਜ ਨੇ ਪਹਿਲੇ ਹੀ ਸਿਹਾਰੀ ਲਾ ਰੱਖੀ ਹੈ। ਹੁਣ ਯਈਏ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲੱਗੀ ਹੈ, ਜਦੋਂ ਬੋਲਣਾ ਹੈ ਬਿਹਾਰੀ ਦੀ ਆਵਾਜ਼ ਦੇਵੇਗੀ। ਕਬੀਓ, ਕਬੀਓ ਬਾਚ ਬੇਨਤੀ ਚੁਪਈ, ਹਮਰੀ ਕਰੋ ਹਾਥ ਦੈ ਰੱਛਾ। ਦੈ ਮੈਨੇ ਦੇ ਕੇ, ਰੱਛਾ ਮੈਨੇ ਰੱਖਿਆ। ਹੇ ਪਰਮਾਤਮਾ, ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰੋ। ਪੂਰਨ ਹੋਏ ਚਿੱਤ ਕੀ ਇੱਛਾ, ਸਾਡੇ ਚਿੱਤ ਦੀ ਇੱਛਾ ਪੂਰੀ ਹੋਵੇ। ਤਬ ਚਰਨਨ ਮਨ ਰਹਿ ਹਮਾਰਾ, ਤੁਹਾਡੇ ਚਰਨਾਂ 'ਚ ਸਾਡਾ ਮਨ ਹਮੇਸ਼ਾ ਟਿਕਿਆ ਰਹੇ, ਭਾਵ ਸਾਡੇ ਮਨ ਦਾ ਧਿਆਨ ਤੁਹਾਡੇ ਚਰਨਾਂ 'ਚ ਰਹੇ। ਆਪਣਾ ਜਾਣ ਕਰੋ ਪ੍ਰਤਿਪਾਰਾ, ਆਪਣਾ ਸਮਝ ਕੇ, ਆਪਣਾ ਜਾਣ ਆਪਣਾ ਸਮਝ ਕੇ ਸਾਡੀ ਪਾਲਣਾ ਪੋਸ਼ਣਾ ਕਰੋ। ਇਸੇ ਤਰ੍ਹਾਂ ਹੀ ਰਾਮ ਚੰਦਰ ਜੀ ਦੇ ਭਰਾ ਲਛਮਣ, ਉਹ ਵੀ 6 ਜਤੀਆਂ 'ਚ ਹੋਏ ਨੇ। ਹਿੰਦੁਸਤਾਨ ਦੇ ਵਿੱਚ 6 ਜਤੀ ਹੋਏ ਨੇ, ਉਹਨਾਂ 'ਚ ਇੱਕ ਜਤੀ ਉਹ ਸਨ। ਸੀਤਾ ਮਾਤਾ ਜੀ ਭਾਵੇਂ ਉਹਨਾਂ ਦੀ ਭਰਜਾਈ ਲੱਗਦੇ ਸਨ, ਪਰ ਉਹਨਾਂ ਨੇ ਸਾਰੀ ਉਮਰ ਆਪਣੀ ਭਰਜਾਈ ਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਵੇਖਦੇ ਸੀ ਆਪਣੀ ਭਰਜਾਈ ਦੇ ਚਰਨ ਹੀ ਵੇਖਿਆ ਕਰਦੇ ਸਨ।
ਆਪਣੀ ਭਰਜਾਈ ਦੇ ਚਰਨ ਹੀ ਵੇਖਿਆ ਕਰਦੇ ਸਨ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ, ਹੱਥ ਦੇ ਕੇ ਸਾਡੀ ਰੱਖਿਆ ਕਰੋ। ਇੱਕ ਪੂਰਨ ਹੋਏ ਚਿੱਤ ਕੀ ਇੱਛਾ, ਸਾਡੇ ਚਿੱਤ ਦੀ ਇੱਛਾ ਪੂਰੀ ਹੋਵੇ। ਉਹ ਕੀ ਇੱਛਾ? ਉਹ ਇੱਛਾ ਤਵ ਚਰਨਨ ਮਨ ਰਹਿ ਹਮਾਰਾ, ਕਿ ਸਾਡਾ ਮਨ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਆਪਣਾ ਜਾਨ ਕਰੋ ਪ੍ਰਤਿਪਾਰਾ, ਅਤੇ ਸਾਡੀ ਇੱਛਾ ਹੈ ਕਿ ਤੁਸੀਂ ਸਾਨੂੰ ਆਪਣਾ ਸਮਝ ਕੇ ਸਾਡੀ ਪਾਲਣਾ ਪੋਸ਼ਣਾ ਕਰੋ। ਇਹ ਪਹਿਲਾ ਬੰਦ ਸੀ। ਦੂਸਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਹਮਰੇ ਦੁਸ਼ਟ, ਦੁਸ਼ਟ ਭੈੜੇ ਬੰਦੇ ਨੂੰ ਕਹਿੰਦੇ, ਇੱਥੇ ਪਾਵੇ ਵੈਰੀ, ਦੁਸ਼ਮਣ। ਹਮਰੇ ਦੁਸ਼ਟ, ਸਾਡੇ ਜਿਹੜੇ ਦੁਸ਼ਮਣ ਨੇ, ਸਭੈ ਸਾਰਿਆਂ ਨੂੰ, ਤੁਸੀਂ ਘਾਵੋ ਮਾਰ ਦਿਓ। ਹੇ ਪਰਮਾਤਮਾ, ਸਾਡੇ ਸਾਰੇ ਦੁਸ਼ਮਣਾਂ ਨੂੰ ਤੁਸੀਂ ਮਾਰ ਦਿਓ। ਆਪ ਹੱਥ ਦਾ ਮੋਹਿ ਬਚਾਵੋ, ਆਪਣਾ ਹੱਥ ਦੇ ਕੇ ਮੈਨੂੰ ਦੁਸ਼ਮਣਾਂ ਤੋਂ ਬਚਾਓ। ਇਹਨਾਂ ਦੁਸ਼ਟਾਂ ਤੋਂ, ਇਹਨਾਂ ਦੁਸ਼ਮਣਾਂ ਤੋਂ ਹੱਥ ਦੇ ਕੇ ਮੇਰਾ ਬਚਾਅ ਕਰਨਾ। ਸੁਖੀ ਬਸੈ ਮੋਰੋ ਪਰਿਵਾਰਾ, ਮੇਰਾ ਪਰਿਵਾਰ ਵੀ ਸੁਖੀ ਵਸੇ। ਇਹੀ ਨਹੀਂ ਕਿ ਤੁਸੀਂ ਇਕੱਲੇ ਮੈਨੂੰ ਹੀ ਬਚਾਉਣਾ, ਮੇਰਾ ਪਰਿਵਾਰ ਵੀ ਸੁਖੀ ਵਸੇ। ਮੇਰਾ ਪਰਿਵਾਰ ਨਹੀਂ ਕਿਹਾ, ਸੇਵਕ ਸਿੱਖ ਸਭੈ ਕਰਤਾਰਾ। ਕਰਤਾਰਾ ਹੈ ਪਰਮਾਤਮਾ, ਜਿਹੜੇ ਮੇਰੇ ਸੇਵਕ ਨੇ, ਜਿਹੜੇ ਮੇਰੇ ਸਿੱਖ ਨੇ ਨਾ, ਇਹ ਵੀ ਸੁਖੀ ਵਸਣ। ਮੇਰਾ ਪਰਿਵਾਰ ਵੀ ਸੁਖੀ ਵਸੇ, ਅਤੇ ਜਿਹੜੇ ਮੇਰੇ ਸੇਵਕ ਨੇ, ਮੇਰੇ ਸਿੱਖ ਨੇ, ਇਹ ਵੀ ਸੁਖੀ ਵਸਣ। ਮੇਰਾ ਆਪਣਾ ਨਹੀਂ ਮੰਗਿਆ। ਇੱਕ ਉਹਦਾ ਸਿਰਫ ਆਪਣੇ ਲਈ ਮੰਗਣਾ, ਮੇਰਾ ਆਪਣੇ ਲਈ ਨਹੀਂ ਮੰਗਣਾ ਚਾਹੀਦਾ, ਕਿਉਂਕਿ ਇਕੱਲਾ ਬੰਦਾ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਅਸੀਂ ਆਪਣੀਆਂ ਸਾਰੀਆਂ ਲੋੜਾਂ ਅਸੀਂ ਇਕੱਲੇ ਪੂਰੀਆਂ ਨਹੀਂ ਕਰ ਸਕਦੇ। ਹੁਣ ਤੁਸੀਂ ਦੇਖ ਲਓ, ਕੋਈ ਤਾਂ ਤੁਹਾਡੀ ਰੋਟੀ ਬਣਾ ਰਿਹਾ ਹੈ, ਕੋਈ ਤੁਹਾਡੇ ਕੱਪੜੇ ਧੋਂਦਾ ਹੈ, ਕੋਈ ਤੁਹਾਡਾ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ ਹੈ। ਜੋ ਵੀ ਤੁਹਾਡੇ ਲਈ ਕੁਛ ਕਰ ਰਹੇ ਹਨ, ਉਹਨਾਂ ਦਾ ਭਲਾ ਮੰਗਣਾ ਵੀ ਸਾਡਾ ਫਰਜ਼ ਹੈ। ਹੁਣ ਮੈਂ ਜਿਸ ਘਰ 'ਚੋਂ ਵੀ ਜਾ ਕੇ ਲੰਗਰ ਛਕਦਾ, ਜਾਂ ਜਿਹੜੇ ਇੱਥੇ ਲਿਆ ਕੇ ਮੈਨੂੰ ਲੰਗਰ ਛਕਾਉਂਦੇ ਨੇ, ਮੈਂ ਹਮੇਸ਼ਾ ਉਹਨਾਂ ਲਈ ਅਰਦਾਸ ਕਰਦਾ। ਹੁਣ ਹਮੇਸ਼ਾ ਵੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਦਿੱਤੇ ਭੰਡਾਰਿਆਂ ਵਿੱਚੋਂ ਗੁਰੂ ਪਿਆਰੇ ਲੰਗਰ ਨਾਲ ਸੇਵਾ ਕੀਤੀ ਹੈ। ਨੰਬਰ 1, ਭੰਡਾਰੇ ਭਰਪੂਰ ਕਰਨੇ, ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾਂ ਬਖਸ਼ਣੇ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ। ਆਹਰ ਕੋ ਉਹਨਾਂ ਲੰਗਰ ਛਕਾਇਆ। ਇੱਕ ਤੇ ਉਂਝ ਉਹਨਾਂ ਦਾ ਧੰਨਵਾਦ ਕਰਨਾ, ਇੱਕ ਹੈ ਪਰਮਾਤਮਾ ਅੱਗੇ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਜਿਹਨਾਂ ਭੰਡਾਰੇ 'ਚ ਲੰਗਰ ਹੈ, ਭੰਡਾਰੇ ਭਰਪੂਰ ਕਰਨੇ, ਭੰਡਾਰੇ ਭਰਪੂਰ ਕਰਨੇ, ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾਂ ਬਖਸ਼ਣੀਆਂ। ਨਿਰੇ ਜ਼ਿੰਦਗੀ ਸਵਾਰਥੀ ਨਹੀਂ ਹੋਈਦਾ। ਜਿਨ੍ਹਾਂ ਤੋਂ ਵੀ ਤੁਹਾਨੂੰ ਫਾਇਦਾ ਹੋ ਰਿਹਾ, ਉਹਨਾਂ ਦਾ ਜ਼ਰੂਰ ਭਲਾ ਮੰਗੀਦਾ। ਹੁਣ ਤੇ ਸਿੱਖ ਨੂੰ ਤੇਰੇ ਭਾਣੇ ਸਰਬੱਤ ਕਾ ਭਲਾ ਹੈ। ਫਿਰ ਤੁਸੀਂ ਕਹਿੰਦੇ ਤੇਰੇ ਭਾਣੇ ਸਰਬੱਤ ਦਾ, ਸਭ ਦਾ ਭਲਾ। ਪਰ ਚਲੋ ਫਿਰ ਵੀ ਘੱਟ ਤੋਂ ਘੱਟ ਜਿਹੜਾ ਸਾਡਾ ਭਲਾ ਕਰ ਰਹੇ ਹਨ, ਉਹਨਾਂ ਦਾ ਭਲਾ ਮੰਗਣਾ ਸਾਡਾ ਫਰਜ਼ ਹੈ। ਕਿਉਂਕਿ ਬਾਈਬਲ 'ਚ ਲਿਖਿਆ, ਡੂ ਗੁੱਡ ਫਾਈਂਡ ਗੁੱਡ, ਕਰ ਭਲਾ ਹੋ ਭਲਾ। ਭਲਾ ਕਰੋ, ਤੁਹਾਡਾ ਭਲਾ ਆਪਣੇ ਆਪ ਹੀ ਹੋ ਜਾਏਗਾ। ਭਲਾ ਕਰਨਾ, ਕਿਸੇ ਦਾ ਬੁਰਾ ਨਹੀਂ ਸਿੱਖ ਨੇ ਕਰਨਾ। ਸਿੱਖ ਨੂੰ ਹਦਾਇਤ ਹੈ ਕਿ ਤੂੰ ਕਿਸੇ ਦਾ ਬੁਰਾ ਨਹੀਂ ਕਰਨਾ, ਜਦੋਂ ਵੀ ਕਰਨਾ ਭਲਾ ਕਰਨਾ। ਸੋ ਗੁਰੂ ਮਹਾਰਾਜ ਕਹਿੰਦੇ ਨੇ
कि हे परमात्मा ਜਿਹੜੇ ਸਾਡੇ ਦੁਸ਼ਮਣ ਨੇ, ਹਮਰੇ ਦੁਸ਼ਟ ਜਿਹੜੇ ਸਾਡੇ ਦੁਸ਼ਮਣ ਨੇ, ਸਭੈ ਧਮਕਾਵੋ, ਉਹਨਾਂ ਸਾਰਿਆਂ ਨੂੰ ਤੁਸੀਂ ਮਾਰ ਦਿਓ। ਆਪ ਹੱਥ ਦਾ ਮੋਹਿ ਬਚਾਵੋ, ਆਪਣਾ ਹੱਥ ਦੇ ਕੇ ਮੇਰਾ ਬਚਾਅ ਕਰੋ। ਸੁਖੀ ਬਸੈ ਮੋਰੋ ਪਰਿਵਾਰ, ਮੇਰਾ ਪਰਿਵਾਰ ਵੀ ਸੁਖੀ ਵਸੇ। ਸੇਵਕ ਸਿੱਖ ਸਭੈ ਕਰਤਾਰਾ, ਕਰਤਾਰਾ ਦਾ ਮਤਲਬ ਹੈ ਪਰਮਾਤਮਾ। हे परमात्मा, मेरा परिवार भी सुखी वसे ते मेरे सेवक ते सिख भी सुखी वसन। तीसरा बंद है, मोर अच्छा निज करदै करिए। ध्यान देना, एक करे नहीं पढ़ देना, अखीर ते यही लगा। यही तो पहला रारन सिहारी है, ये रारन सिहारी बिहारी तरह बोलेगी। ਇਹਨੂੰ ਕਰਿਆ ਨਹੀਂ ਪੜ੍ਹਨਾ, ਕਰੀਏ। ਮੋਰ ਅੱਛਾ ਨਿਜ ਕਰਦੈ ਕਰੀਏ, ਸਭ ਬੈਰਨ ਕੋ ਆਜ ਸੰਘਰੀਏ। ਇਹ ਸੰਘਰਿਆ ਨਹੀਂ ਪੜ੍ਹ ਦੇਣਾ, ਸੰਘਰੀਏ। ਰਾਰੇ ਨੂੰ ਬਿਹਾਰੀ ਲਾਣੀ ਹੈ ਅਤੇ ਅੱਗੇ ਯਈਏ ਤਾਂ ਆੜੇ ਦੀ ਆਵਾਜ਼ ਕੱਢਣੀ, ਐ ਸੰਘਰੀਏ ਕਰੀਏ। मोर अच्छा निज करदै करिए, सब बैरन को आज संघरिए। पूर्ण होए हमारी आशा, तोर भजन की रह प्यासा। एक मैनू कहंदा, बाबा जी तुसी टीचर रहे हो? मैं हाँ। कहंदा तुसी टीचरां दी तरह ही कथा करदे हो। मैं असल ना मैं समझ रहा कि मेरे विद्यार्थी ये कथा वार्ता सुन रहे हैं। जिन्ने भी तुसी सुन रहे हो, तुहाडे च 90% मेरे विद्यार्थी ने। 10% तुहाडे च अजिहे ने जिहड़े मेरे विद्यार्थी धार्मिक विद्यार्थी नहीं हैगे। नहीं तो जिन्ने भी तुसी कथा सुने च 90% ने मेरे तो संथ्या लई हुई है। इसलिए तुसी मेरे हैगे विद्यार्थी, तो मैं चाहुंदा भी तुहाडा उचारण भी ठीक हो जाए, तुहाडा पाठ भी शुद्ध हो जाए, तो तुहानू अर्थ भी आ जान। ये दोनों काम नाल नाल हो रहे। मेरे अर्थ नहीं दसे जा रहे, सगों तुहाडे पाठ नू शुद्ध किया जा रहा। क्योंकि समा पा के असी जिहड़ा बाहरों सुनते सुनते रहने, असी कई बारी उस तरह लग जन्ने कर। हुण बाहरों सुन लिया, दर्शन देख जीवां गुर तेरा, दर्शन। कई फिर उतरी लगदे बोलण भी भले मानसो, तुहाडे बाप दा नां तां हैगा दर्शन सिंह, ते तुसीं पढ़दे बोलदे हो दर्शन। की गल फिर अपने बाप नूं क्या करो भी डैडी तुसीं अपना नां गलत रखे, तुसीं अपना नां रखने दर्शन सिंह। वो जब पुछदे तुहाडे पिता दा की ने, कहे जी दर्शन सिंह, ते जे पाठ करदे कहे दर्शन। सानू सही पाठ आना चाहिए है। आप जी नूं बेनती है, लिखत अते बोलण विच हमेशा फर्क हुंदा है। कविता लिखी जा रही है, गीत लिखिया जा रहा है, उहदियां बंदिशां ने कुछ, पर बोलण वेले हमेशा ख्याल रखना चाहिए है। जे मैं उदाहरण दित्ती है, किते आनंद लिखिया होया, किते आनंद लिखिया होया है, किते अगमा अगम लिखिया है, किते अगमा अगम लिखिया है। असी देखना कि सही उच्चारण किहड़ा है। गुरु महाराज इसलिए आनंद भी लिखे ते अगम भी लिखिया होया है, पर 99% पाठी कहने अगमा अगम अपारा। वो क्योंकि ज्ञान नहीं ना हैगा भी ये शब्द किस जबान का है। गम संस्कृत का शब्द है, गग्गे ते टिप्पी मम्मा गम। गम हुंदा पहुँचना। अगम जिदे तक पहुँचा ना जा सके। अगम अगम अपारा। हे परमात्मा, तू अपहुँच हैं, तेरे तक इंद्रियां की पहुँच नहीं है, तू बेअंत हैं। इसलिए कई बार लिखिया अगम जाता है, क्योंकि वो जिहड़ा है लघु ते गुरु मात्रावां पूरीआं करनियां हुंदियां। इस करके कई बार टिप्पी नहीं लाई जाती, कई बार टिप्पी लाई जाती है,
ਪਰ ਬੋਲਣ ਵੇਲੇ ਤੁਸੀਂ ਟਿੱਪੀ ਲਾ ਕੇ ਬੋਲਣਾ ਤਾਂ ਜੋ ਪਾਠ ਸ਼ੁੱਧ ਹੋਵੇ। ਇਹ ਤਾਂ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿਉਂਕਿ ਤੁਸੀਂ ਮੇਰੇ ਵਿਦਿਆਰਥੀ ਹੋ ਅਤੇ ਮੈਂ ਚਾਹੁੰਦਾ ਕਿ ਤੁਹਾਡਾ ਪਾਠ ਹੋਰ ਸ਼ੁੱਧ ਹੋ ਜਾਵੇ, ਇਸ ਲਈ ਨਾਲ ਨਾਲ ਫਿਰ ਮੈਂ ਦੱਸਦਾ ਰਹਿੰਦਾ। ਕਿਉਂਕਿ ਜੇ ਨਿਰੇ ਅਰਥ ਹੀ ਕਰਨੇ ਹੁੰਦੇ ਤਾਂ ਹੁਣ ਸਾਡਾ ਨਿਤਨੇਮ ਸ਼ਾਇਦ ਮੁੱਕ ਜਾਂਦਾ। ਮੋਹ ਰੱਛਾ ਨਿਜ ਕਰਦਾ ਕਰੀਏ, ਸਭ ਬੈਰਨ ਕੋ ਆਜ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਮੋਹ ਮੇਰੀ, ਰੱਛਾ ਰੱਖਿਆ, ਨਿਜ ਆਪਣਾ, ਕਰ ਹੱਥ, ਦੈ ਦੇ ਕੇ, ਕਰੀਏ ਕਰੋ। ਕਰੀਏ ਦਾ ਮਤਲਬ ਕਰੋ। ਜਿਵੇਂ ਕਈ ਵਾਰੀ ਬੋਲਦੇ ਤੁਸੀਂ ਉੱਥੇ ਜਾਈਓ, ਤੁਸੀਂ ਉੱਥੇ ਜਾਈਓ। ਅੱਜ ਕੱਲ੍ਹ ਆਪਾਂ ਕਹਿੰਦੇ ਤੁਸੀਂ ਉੱਥੇ ਜਾਇਓ, ਪਰ ਗੁਰਬਾਣੀ ਲਿਖਿਆ ਜਾਈਓ, ਅਰਥ ਹੈ ਜਾਓ। ਅਰਥ ਕੀ ਹੈ? ਜਾਓ। ਇਸ ਤਰ੍ਹਾਂ ਕਰੀਏ ਦਾ ਅਰਥ ਹੈ ਕਰੋ, ਸੰਘਰੀਏ ਇਹਦਾ ਅਰਥ ਹੈ ਮਾਰ ਦਿਓ। ਮੋਹ ਰੱਛਾ ਨਿਜ ਕਰਦਾ ਕਰੀਏ, ਆਪਣਾ ਹੱਥ ਦੇ ਕੇ, ਨਿਜ ਮੈਨੇ ਆਪਣਾ, ਕਰ ਹੱਥ, ਦੈ ਮੈਨੇ ਦੇ ਕੇ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਰੱਛਾ ਮੈਨੇ ਰੱਖਿਆ, ਕਰੀਏ ਮੈਨੇ ਕਰੋ। ਹੇ ਪਰਮਾਤਮਾ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਜਿਵੇਂ ਕੁਝ ਲੋਕ ਟੂਣੇ ਕਰਾ ਲੈਂਦੇ ਨੇ ਦੂਜਿਆਂ 'ਤੇ, ਉਹ ਮੇਰੇ ਕੋਲ ਆ ਜਾਂਦੇ ਨੇ, ਮੈਂ ਪਾਠ ਦੇ ਕੇ ਉਸ ਟੂਣੇ ਦਾ ਅਸਰ ਖਤਮ ਕਰ ਦਿੰਦਾ। ਇਹ ਟੂਣੇ ਕਰਨ ਵਾਲਿਆਂ ਨੇ ਸੋਚਿਆ ਵੀ ਬਾਬੇ ਨੂੰ ਠੀਕ ਕਰੋ, ਕਿਉਂਕਿ ਉਹ ਆ ਕੇ ਲੜਦੇ ਨੇ ਵੀ ਤੇਰੇ ਟੂਣੇ ਦਾ ਤੂੰ ਇੰਨੇ ਪੈਸੇ ਲੈ ਲਏ, ਤੇਰੇ ਟੂਣੇ ਦਾ ਅਸਰ ਤਾਂ ਹੋਇਆ ਨਹੀਂ ਹੈਗਾ। ਹੁਣ ਹੌਲੀ ਹੌਲੀ ਉਹਨੂੰ ਪਤਾ ਲੱਗ ਗਿਆ ਵੀ ਇਹ ਬਾਬਾ ਜੀ ਕੋਲ ਜਾਂਦੇ ਨੇ, ਬਾਬਾ ਜੀ ਕੋਲ ਪਾਠ ਦੇ ਕੇ ਸਾਡੇ ਟੂਣੇ ਦਾ ਅਸਰ ਖਤਮ ਕਰ ਦਿੰਦੇ ਨੇ। ਉਹਨਾਂ ਸੋਚਿਆ ਵੀ ਬਾਬਾ ਜੀ 'ਤੇ ਹੀ ਟੂਣਾ ਕਰ ਦਿਓ। ਮੈਂ ਬੈੱਡਰੂਮ 'ਤੇ, ਮੈਂ ਆਪਣੇ ਡਰਾਇੰਗ ਰੂਮ 'ਚ ਬੈੱਡ 'ਤੇ ਬੈਠਾ, ਢੋਲ ਲਾ ਕੇ ਅਤੇ ਮੈਂ ਸਿਮਰਨ ਕਰ ਰਿਹਾ। ਕੀ ਦੇਖਦਾ ਕਿ ਗਲੀ ਦੇ ਵਿੱਚੋਂ ਇੱਕ ਗੋਲਾ, ਜਿੰਨੇ ਆ ਕ੍ਰਿਕਟ ਦੀ ਹੁੰਦੇ ਗੇਂਦ ਉੱਡ, ਗੋਲਾ ਸਲੋ ਸਪੀਡ ਦੇ ਨਾਲ ਹਵਾ 'ਚ ਆ ਰਿਹਾ ਹੈ। ਉਹ ਸ਼ੀਸ਼ੇ ਬਾਹਰਲੇ ਬਰਾਂਡੇ 'ਚ ਸ਼ੀਸ਼ਾ ਲੱਗ, ਸ਼ੀਸ਼ੇ ਵਿੱਚੋਂ ਲੰਘ ਆਇਆ, ਬਰਾਂਡੇ 'ਚ ਆ ਗਿਆ ਹੈ। ਮੈਨੂੰ ਇਹ ਵਿਸ਼ਵਾਸ ਸੀ ਕਿ ਮਹਾਂਪੁਰਖਾਂ ਨੇ ਕਿਹਾ ਸੀ ਅਸੀਂ ਤੇਰੇ ਨਾਲ ਹੋਵਾਂਗੇ, ਤੈਨੂੰ ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਇਸ ਲਈ ਮੈਂ ਘਬਰਾਇਆ ਨਹੀਂ, ਮੈਂ ਆਪਣਾ ਸਿਮਰਨ ਕਰਦਾ ਰਿਹਾ, ਪਰ ਵੇਖ ਰਿਹਾ। ਉਹ ਜਿਹੜਾ ਮੇਰੇ ਡਰਾਇੰਗ ਰੂਮ ਦਾ ਸ਼ੀਸ਼ੇ ਦਾ ਦਰਵਾਜ਼ਾ, ਉਹਦੇ ਵਿੱਚੋਂ ਵੀ ਆ ਗਿਆ। ਜਦੋਂ ਮੇਰੇ ਤੋਂ 2 ਫੁੱਟ ਦੂਰ ਰਹਿ ਗਿਆ ਗੋਲਾ, ਅਚਾਨਕ ਇੱਕ ਹੱਥ ਮੇਰੇ ਅੱਗੇ ਆਇਆ। ਉਹ ਗੋਲਾ ਉਸ ਹੱਥ 'ਤੇ ਆ ਕੇ ਵੱਜਾ ਹੈ, ਉਹ ਧਰਤੀ 'ਤੇ ਡਿੱਗ ਪਿਆ ਹੈ, ਹੱਥ ਅਲੋਪ ਹੋ ਗਿਆ ਹੈ। ਉਸ ਤੋਂ ਬਾਅਦ ਮੇਰੇ 'ਤੇ ਕਿਸੇ ਟੂਣਾ ਨੇ ਕੀਤਾ ਵੀ ਇਹਦੇ 'ਤੇ ਅਸਰ ਨਹੀਂ ਹੁੰਦਾ, ਕਿਉਂਕਿ ਇਹ ਜਿਹੜਾ ਕੰਮ ਸੀ ਨਾ, ਮੈਂ ਬਾਬਾ ਜੀ ਨੂੰ ਕਿਹਾ ਸੀ, ਸੰਤ ਸੀਤਲ ਸਿੰਘ ਮਹਾਰਾਜ ਨੂੰ 2005 ਸੰਨ 'ਚ, ਮੈਂ ਮਹਾਰਾਜ ਜੀ ਜਿਹੜੀ ਤੁਸੀਂ ਮੈਨੂੰ ਜ਼ਿੰਮੇਵਾਰੀ ਮੇਰੀ ਲਾਉਣ ਲੱਗੇ ਨਾ, ਇਹ ਬੜਾ ਔਖਾ ਕੰਮ ਹੈ। ਤੁਹਾਡੇ ਕੋਲ ਤਾਂ ਭੂਤਾਂ ਪ੍ਰੇਤਾਂ ਵਾਲੇ ਵੀ ਆਉਂਦੇ ਨੇ, ਹੋਰ ਵੀ ਆਉਂਦੇ ਨੇ, ਮੁਸੀਬਤਾਂ ਵਾਲੇ ਆਉਂਦੇ ਨੇ, ਅਤੇ ਮੇਰੀ ਤਾਂ ਇੰਨੀ ਕਮਾਈ ਕੋਈ ਨਹੀਂ। ਅਜਿਹਾ ਨਾ ਹੋਵੇ ਕਿ ਭੂਤ ਪ੍ਰੇਤ ਮੈਨੂੰ ਹੀ ਢਾਹ ਲਏ, ਉਹਨਾਂ ਨੂੰ ਛੱਡ ਕੇ। ਹੱਸਣ ਲੱਗ ਪਏ, ਕਹਿੰਦੇ ਨਹੀਂ ਭਿੰਡਰ ਸਾਹਿਬ ਤੁਸੀਂ ਸਾਡੀ ਮੰਨ ਜਾਓ, ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ, ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਫਿਰ ਮੈਂ ਜਾ ਕੇ ਹਾਂ ਕੀਤੀ। ਸੋ 10ਵੇਂ ਪਾਤਸ਼ਾਹ ਵੀ ਇਸ ਲਈ ਹਮਰੀ ਕਰੋ ਹੱਥ ਦੇ ਰੱਛਾ, ਇਸ ਲਈ ਕਹਿੰਦੇ ਕਿ ਹੇ ਪਰਮਾਤਮਾ ਹੱਥ ਦੇ ਕੇ ਸਾਡੀ ਰੱਖਿਆ ਕਰੋ। ਮੋਹ ਰੱਛਾ ਨਿਜ ਕਰਦਾ ਕਰੀਏ, ਹੇ ਪਰਮਾਤਮਾ ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰੋ। ਸਭ ਬੈਰਨ ਕੋ ਆਜ ਸੰਘਰੀਏ, ਬੈਰਨ ਮੈਨੇ ਵੈਰੀ, ਬੈਰੀ ਤਾਂ ਬਹੁਚਨ ਬਣਿਆ, ਬੈਰਨ ਵੈਰੀ। ਕੌ ਨੂੰ, ਕੌ ਦਾ ਮਤਲਬ ਨੂੰ, ਸਭ ਬੈਰਨ ਕੋ ਸਾਰੇ ਵੈਰੀਆਂ ਨੂੰ, ਆਜ ਅੱਜ ਹੀ
ਸੰਘਰੀਏ ਮਾਰ ਦਿਓ। ਸੰਘਾਰ ਕਰਨ ਦਾ ਕਿਸੇ ਨੂੰ ਮਾਰ ਦੇਣਾ, ਸੰਘਰੀਏ ਮਾਰ ਦਿਓ। ਜਿਵੇਂ ਕਰੀਏ ਕਰੋ, ਸੰਘਰੀਏ ਮਾਰ ਦਿਓ। ਸਾਡੇ ਸਾਰੇ ਵੈਰੀਆਂ ਨੂੰ ਅੱਜ ਹੀ ਮਾਰ ਦਿਓ। ਪੂਰਨ ਹੋਏ ਹਮਾਰੀ ਅਸ, ਸਾਡੀ ਇੱਛਾ ਪੂਰੀ ਹੋਵੇ। ਕੀ ਇੱਛਾ? ਤੋਰ ਭਜਨ ਕੀ ਰਹਿ ਪਿਆਸਾ। ਤੋਰ ਮੈਨੇ ਤੇਰੇ ਭਜਨ ਦੀ, ਭਾਵ ਤੈਨੂੰ ਤੇਰਾ ਨਾਮ ਜਪਣ ਦੀ ਸਾਡੀ ਹਮੇਸ਼ਾ ਪਿਆਸ ਰਹੇ, ਇੱਛਾ ਰਹੇ, ਤਮੰਨਾ ਰਹੇ। ਇਹ ਤੇ ਪਿਆਸ ਤੋਂ ਮਤਲਬ ਕੋਈ ਪਾਣੀ ਦੀ ਪਿਆਸ ਨਹੀਂ, ਇਹ ਤੇ ਭਾਵ ਹੈ ਤਮੰਨਾ, ਇੱਛਾ। ਤੋਰ ਭਜਨ ਕੀ ਰਹੇ ਪਿਆਸਾ, ਤੇਰੇ ਭਜਨਾਂ ਦੀ ਸਾਨੂੰ ਹਮੇਸ਼ਾ ਪਿਆਸ ਲੱਗੀ ਰਹੇ। ਹਮੇਸ਼ਾ ਸਾਡਾ ਜੀ ਕਰੇ ਤੇਰਾ ਭਜਨ ਬੰਦਗੀ ਕਰਦੇ ਰਹੀਏ, ਕਰਦੇ ਰਹੀਏ, ਕਰਦੇ ਰਹੀਏ। ਕਿਉਂਕਿ ਹੋਂ ਜਾ ਕੇ ਭਜਨ ਬੰਦਗੀ ਨਹੀਂ ਕਰੀਦੀ ਹੁੰਦੀ। ਕਈ ਮੇਰੇ ਕੋਲ ਆ ਜਾਂਦੇ ਨੇ ਵੀ ਬਾਬਾ ਜੀ ਤੁਸੀਂ ਸ਼ਬਦ ਦਿਓ, ਵੀ ਕਿਸ ਸ਼ਬਦ ਦੇ ਨਾਲ ਸਾਡੀ ਆਤਮਿਕ ਅਵਸਥਾ ਉੱਚੀ ਹੋਵੇਗੀ। ਉਹ ਫਿਰ ਮੈਂ ਹੁਕਮਨਾਮਾ ਲੈ ਕੇ ਜੋ ਫਿਰ ਆਉਂਦਾ ਉਹਦੇ ਅਨੁਸਾਰ ਉਹਨੂੰ ਸ਼ਬਦ ਦੇ ਦਿੰਦਾ ਕਿ ਭਾਈ ਤੁਸੀਂ ਆਹ ਸ਼ਬਦ ਹੈ, ਇਹ ਇੰਨੀ ਵਾਰ ਇਹਨੂੰ ਪੜ੍ਹਨਾ ਹੈ, ਫਲਾਣੇ ਸਮੇਂ ਇਸ ਨੂੰ ਪੜ੍ਹਨਾ ਹੈ। ਕਿਉਂਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿੰਨੀ ਭਜਨ ਬੰਦਗੀ ਹੁੰਦਾ ਤਾਂ ਫਲ ਬਹੁਤ ਹੁੰਦਾ ਹੈ, ਉਹਦਾ ਫਲ ਜ਼ਿਆਦਾ ਹੁੰਦਾ। ਸੋ ਇਸ ਲਈ ਜਦੋਂ ਗੁਰੂ ਨਾਨਕ ਦੇ ਰਾਜਾ ਸ਼ਿਵਨਾਭ ਕੋਲੇ ਸੰਗਲਾਦੀਪ ਗਏ ਤਾਂ ਗੁਰੂ ਨਾਨਕ ਦੇਵ ਕਹਿੰਦਾ ਮਹਾਰਾਜ ਜੀ ਆਪ ਜੀ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੋ ਅਤੇ ਫਿਰ ਭਜਨ ਬੰਦਗੀ ਕਰਿਆ ਕਰੋ। ਕਹੇ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਨੂੰ ਕਿਉਂ ਕਹਿੰਦੇ? ਕਹਿੰਦੇ ਭਾਈ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰੇ, ਇੱਕ ਤਾਂ ਉਂਝ ਨਹਾਉਂਦਾ ਵੈਸੇ ਹੀ ਨਹੀਂ, ਜਿਹੜਾ ਭਜਨ ਬੰਦਗੀ ਦਾ ਧਿਆਨ ਰੱਖ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਐਂ ਸਮਝੋ ਵੀ ਨੇ ਸਵਾ ਮਣ ਸੋਨਾ ਦਾਨ ਕਰਦਾ। ਸਵਾ ਮਣ ਸੋਨਾ ਦਾਨ ਕਰਨ ਦਾ ਜਿੰਨਾ ਫਲ ਮਿਲਦਾ ਨਾ, ਉਹਨਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਬੰਦਗੀ ਦਾ ਮਿਲਦਾ। ਜਿਹੜਾ ਫਿਰ ਉਦੋਂ 1 ਘੰਟਾ ਬਾਅਦ ਉੱਠ ਕੇ ਇਸ਼ਨਾਨ ਕਰਦਾ ਹੈ, ਐਂ ਸਮਝੋ ਸਵਾ ਮਣ ਚਾਂਦੀ ਦਾਨ ਕੀਤੀ, ਉਹਦਾ ਫਲ ਉਹਨੂੰ ਮਿਲਿਆ। ਜਿਹੜਾ ਉਦੋਂ ਵੀ 1 ਘੰਟਾ ਬਾਅਦ ਉੱਠਦਾ ਹੈ, ਐਂ ਸਮਝੋ ਉਹਨੇ ਸਵਾ ਮਣ ਤਾਂਬਾ ਦਾਨ ਕੀਤਾ। ਅਤੇ ਜਿਹੜਾ ਦਿਨ ਚੜੇ ਉੱਠਦਾ ਹੈ, ਉਹ ਸਮਝੋ ਉਸਨੇ ਸਿਰਫ ਇਸ਼ਨਾਨ ਹੀ ਕੀਤਾ, ਪਰ ਸਰੀਰ ਸਾਫ਼ ਹੋਇਆ। ਇਸ ਲਈ ਕਹਿੰਦੇ ਸ਼ਿਵਨਾਭ ਜੀ ਜਿਨ੍ਹਾਂ ਨੇ ਭਜਨ ਬੰਦਗੀ ਕਰਨੀ ਹੁੰਦੀ ਨਾ, ਉਹ ਦਿਨ ਚੜ੍ਹਨ ਤੋਂ 3 ਘੰਟੇ ਪਹਿਲਾਂ ਉੱਠਦੇ ਨੇ। ਉਹਨੂੰ ਕਹਿੰਦੇ ਪਹਿਰ। ਪਹਿਲੇ ਪਹਿਰ ਸੁਭਾ ਕੇ ਸੁਰਤਿਆਂ ਉਪਜੈ ਚਾਓ। ਸੁਰਤਿਆਂ ਮਤਲਬ ਸੁਰਤ ਲਾਉਣ ਵਾਲਿਆਂ ਨੇ ਸਿਮਰਨ ਕਰਨਾ। ਕਿ ਜਦੋਂ ਇੱਕ ਪਹਿਰ ਰਾਤ ਰਹਿ ਜਾਂਦੀ ਹੈ, ਕਹਿੰਦਾ ਚਾਅ ਚੜ੍ਹ ਜਾਂਦਾ ਭਜਨ ਬੰਦਗੀ ਕਰਨ ਵਾਲਿਆਂ ਨੂੰ ਵੀ ਹਾਂ ਹੋ ਗਿਆ ਅੰਮ੍ਰਿਤ ਵੇਲਾ, ਉੱਠੋ ਬਈ, ਨਹਾਓ ਧੋ ਲਓ ਸਮਾਧੀਆਂ। ਹਾਂਜੀ, ਅਤੇ ਸੰਸਾਰੀ ਲੋਕ ਕਹਿਣਗੇ ਸੌਣ ਦਾ ਤਾਂ ਵੇਲੇ ਹੀ ਇਹੀ ਹੈ, ਹੁਣ ਹੀ ਤਾਂ ਥੋੜ੍ਹੀ ਜਿਹੀ ਠੰਡ ਹੋਈ ਹੈ। ਅਤੇ ਆ ਗੁਰਦੁਆਰੇ ਵਾਲੇ ਕਹਿੰਦੇ ਭਾਈ ਅੰਮ੍ਰਿਤ ਵੇਲਾ ਕਿ ਉਠੋ, ਵਿੱਚ ਨਾਲ 2 ਗਾਲਾਂ ਕੱਢਦੇ ਗੁਰਦੁਆਰੇ ਵਾਲੇ ਨੂੰ, ਨਾ ਸੌਂਦੇ ਨੇ ਨਾ ਸੌਣ ਦਿੰਦੇ ਨੇ। ਬਥੇਰੇ ਨੇ ਇਸ ਤਰ੍ਹਾਂ ਕਮੈਂਟਸ ਦੇਣ ਵਾਲੇ ਵੀ। ਚਲੋ ਆਪਣਾ ਆਪਣਾ ਸੁਭਾਅ ਹੈ, ਅਸੀਂ ਕਿਸੇ ਨੂੰ ਕੰਪੈਲ ਨਹੀਂ ਕਰ ਸਕਦੇ ਕਿ ਤੁਸੀਂ ਜ਼ਰੂਰ ਅੰਮ੍ਰਿਤ ਵੇਲੇ ਉੱਠੋ। ਸਾਡਾ ਤਾਂ ਗੁਰੂ ਮਹਾਰਾਜ ਦਾ ਸੁਨੇਹਾ ਦੇਣਾ ਹੈ। ਕੋਈ ਗੁਰੂ ਮਹਾਰਾਜ ਦੇ ਸੁਨੇਹੇ ਨੂੰ ਮੰਨੇ ਨਾ ਮੰਨੇ, ਹਾਂ ਮੈਂ ਆਪਣੇ ਵੱਲੋਂ ਤੁਹਾਨੂੰ ਕਹਿਣਾ ਵੀ ਮੇਰੇ ਆਹ ਵਿਚਾਰ ਨੇ, ਉਹ ਤੁਸੀਂ ਮੰਨੋ ਨਾ ਮੰਨੋ, ਪਰ ਜੋ ਗੁਰੂ ਦੇ ਵਿਚਾਰ ਹਨ ਉਹ ਫਿਰ ਹਰ ਸਿੱਖ ਦਾ ਫਰਜ਼ ਬਣਦਾ ਉਹਨੂੰ ਜੇ ਮੰਨੇਗਾ ਅਤੇ ਗੁਰੂ ਮਹਾਰਾਜ ਦੀ ਖੁਸ਼ੀ ਹੋਏਗੀ। ਅਤੇ ਜੇ ਗੁਰੂ ਮਹਾਰਾਜ ਖੁਸ਼ ਹੋਣਗੇ ਅਤੇ ਪਰਮਾਤਮਾ ਤਾਂ ਆਪਣੇ ਆਪ ਹੀ ਖੁਸ਼ ਹੈ। ਪਰਮਾਤਮਾ ਆਪਣੇ ਆਪ ਹੀ ਖੁਸ਼ ਹੈ। ਉਹ ਤਾਂ ਕਹਿੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਦੀ ਪ੍ਰਾਪਤੀ ਤਾਂ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਜਿਸ ਸਿੱਖ 'ਤੇ ਗੁਰੂ ਖੁਸ਼, ਉਸ 'ਤੇ ਪਰਮਾਤਮਾ ਖੁਸ਼। ਬਸ ਅਸੀਂ ਤਾਂ ਆਪਣਾ ਸਾਰਾ ਜ਼ੋਰ ਗੁਰੂ ਮਹਾਰਾਜ ਨੂੰ ਖੁਸ਼ ਕਰਨ 'ਤੇ ਲਾਉਣਾ ਹੈ। ਉਹ ਫਿਰ ਮੈਂ ਆਪ ਨੂੰ ਕੱਲ੍ਹ ਦੱਸੇ ਸੀ ਆਪ ਜੀ ਵੀ ਗੁਰੂ ਮਹਾਰਾਜ ਦੀ ਖੁਸ਼ੀ ਕਿਵੇਂ ਹੁੰਦੀ ਹੈ। ਨੰਬਰ 1 ਅਸੀਂ 10 ਨੌਂ ਦੀ ਕਿਰਤ ਕਰੀ, ਕਿਉਂਕਿ ਗੁਰਬਾਣੀ ਕਹਿੰਦੇ ਗੁਰ ਪੀਰ ਹਮ ਤਾਂ ਭਰੈ ਜਾਂ ਮੁਰਦਾਰ ਨਾ ਖਾਏ।
ਗੁਰੂ ਪੀਰ ਧਰਮਰਾਜ ਦੀ ਦਰਗਾਹ ਦੇ ਵਿੱਚ ਸਾਡੀ ਤਾਂ ਹੀ ਹਾਮੀ ਭਰਨਗੇ ਜੇ ਅਸੀਂ ਹਰਾਮ ਦੀ ਕਮਾਈ ਨਹੀਂ ਖਾਵਾਂਗੇ। ਜੇ ਅਸੀਂ ਹਰਾਮ ਦੀ ਕਮਾਈ ਖਾਂਦੇ ਕੋਈ ਗੁਰੂ ਸਾਡੀ ਸਹਾਇਤਾ ਨਹੀਂ ਕਰੇਗਾ। ਔਰ ਕਹਿੰਦੇ ਸਾਡੀ ਮੰਨਦੇ ਤਾਂ ਹੈ ਨਹੀਂ, ਜਾਓ ਆਪਣਾ ਕਰੀ ਜਾਓ, ਭੋਗੀ ਜਾਓ। ਸਿੱਖ ਹੋਵੇ ਠੀਕ, ਫਿਰ ਗੁਰੂ ਮਹਾਰਾਜ ਔਖੇ ਸਮੇਂ ਵੀ ਸਹਾਇਤਾ ਕਰਦੇ ਨੇ, ਇਹ ਸਹਾਇਤਾ ਕਰਦੇ ਨੇ। ਜਿਵੇਂ ਸਤਵੇਂ ਪਾਤਸ਼ਾਹ ਦੇ ਵੇਲੇ ਹੁੰਦਾ ਨਾ, ਛੇਵੇਂ ਪਾਤਸ਼ਾਹ ਦੇ ਵੇਲੇ ਉਹਨਾਂ ਦੇ ਇੱਕ ਸਿੱਖ ਕਾਬਲ 'ਚ ਰਹਿੰਦਾ, ਉਹ ਦੁਕਾਨਦਾਰ ਹੈ, ਕੰਧਾਰ 'ਚ ਰਹਿੰਦਾ, ਦੁਕਾਨਦਾਰ ਸੀ। ਉਦੋਂ ਵੱਟੇ ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਸਨ ਹੁੰਦੇ, ਇੱਟਾਂ ਦੇ ਪੱਥਰਾਂ ਦੇ ਬਣਾਏ ਹੁੰਦੇ ਸਨ, ਪਰ ਸਰਕਾਰੀ ਵੱਟੇ ਵੀ ਹੁੰਦੇ ਜਿਹਨਾਂ ਦੇ ਮੋਹਰ ਲੱਗੇ ਹੁੰਦੇ ਸਰਕਾਰੀ ਵੱਟਿਆਂ ਦੇ। ਹੈ ਤਾਂ ਉਹਦੇ ਕੋਲ ਸਰਕਾਰੀ ਵੱਟੇ ਹੀ ਸਨ, ਪਰ ਕਿਸੇ ਨੇ ਸ਼ਿਕਾਇਤ ਲਾਤੀ ਵੀ ਫਲਾਣੇ ਸਿੱਖ ਦੇ ਵੱਟੇ ਜਿਹੜੇ ਨੇ ਉਹ ਘੱਟ ਤੋਲ ਵਾਲੇ ਨੇ। ਜਿਹੜਾ ਨਵਾਬ ਸੀ ਮੁਸਲਮਾਨ, ਉਹ ਕਹਿੰਦਾ ਚੱਲ ਗੁਰੂ ਨਾਨਕ ਦਾ ਸਿੱਖ ਕਦੇ ਘੱਟ ਤੋਲ ਹੀ ਨਹੀਂ ਸਕਦਾ। ਇਹਨਾਂ ਵਿਸ਼ਵਾਸ ਸੀ ਪੁਰਾਤਨ ਸਿੱਖਾਂ ਨੇ। ਦੇਖੋ ਕਿੰਨਾ ਵਿਸ਼ਵਾਸ ਦੁਸ਼ਮਣਾਂ ਦਾ ਇੰਨਾ ਵਿਸ਼ਵਾਸ ਸੀ, ਉਹ ਸ਼ਿਕਾਇਤ ਲਾਉਣਗੇ ਮੁਸਲਮਾਨ ਕਿ ਫਲਾਣੇ ਸਿੱਖ ਦੇ ਵੱਟੇ ਘੱਟ ਨੇ ਜੀ। ਉਹ ਕਹਿੰਦਾ ਚੱਲ ਗੁਰੂ ਨਾਨਕ ਦੇ ਸਿੱਖ ਕਦੇ ਘੱਟ ਤੋਲ ਹੀ ਨਹੀਂ ਸਕਦਾ। ਕਹਿੰਦਾ ਨਹੀਂ ਜਦੋਂ ਘੱਟ ਨੇ। ਉਹ ਕਹਿੰਦੇ ਮੈਂ ਤੈਨੂੰ ਕਿਹਾ ਗੁਰੂ ਨਾਨਕ ਦਾ ਸਿੱਖ ਕਦੇ ਘੱਟ ਤੋਲ ਹੀ ਨਹੀਂ ਸਕਦਾ। ਕਹਿੰਦਾ ਜੀ ਜੇ ਨਾ ਘੱਟ ਹੋਏ ਨਾ, ਜੋ ਮਰਜ਼ੀ ਮੈਨੂੰ ਸਜ਼ਾ ਦੇ ਲਿਓ। ਉਹਨੇ ਕਿਹਾ ਵੀ ਇੰਨੇ ਵਿਸ਼ਵਾਸ ਨਾਲ ਕਹਿੰਦਾ ਕਿ ਚੰਗਾ ਤੂੰ ਤਾਂ ਕਹਿੰਦੀ ਇੱਥੇ ਖੜ। ਸੁਨੇਹਾ ਭੇਜਤਾ ਵੀ ਲਿਆਓ ਫਲਾਣੇ ਸਿੱਖ ਨੂੰ, ਲੈ ਆਂਦੇ। ਆਪਣੇ ਵੱਟੇ ਵੀ ਲੈ ਕੇ ਆ, ਵੱਟੇ ਵੀ ਲੈ ਆਇਆ। ਕਹਿੰਦੇ ਭਾਈ ਇਹ ਤੇਰੀ ਸ਼ਿਕਾਇਤ ਲਾਉਂਦਾ ਵੀ ਤੇਰੇ ਵੱਟੇ ਸਰਕਾਰੀ ਤੋਲ ਤੋਂ ਘੱਟ ਨੇ। ਕਹਿੰਦੇ ਦੇਖੋ ਜੀ ਮੈਂ ਆਪ ਤੇ ਬਣਾਏ ਕੋਈ ਨਹੀਂ, ਮੈਂ ਤੇ ਬਾਜ਼ਾਰੋਂ ਖਰੀਦੇ ਨੇ, ਬਾਕੀ ਤੁਸੀਂ ਤੋਲ ਲਓ। ਸਿੱਖ ਨੇ ਸੋਚਿਆ ਵੀ ਜੇ ਵੱਟੇ ਘੱਟ ਨਿਕਲਿਆ ਇਹਨਾਂ ਮੇਰੀਆਂ ਦੋਨੋਂ ਹੀ ਬਾਹਾਂ ਵੱਢ ਦੇਣੀਆਂ। ਸਜ਼ਾ ਬਹੁਤ ਦਿੰਦੇ ਦੱਸੋ। ਜਿਹੜਾ ਚੋਰੀ ਕਰਦਾ ਸੀ ਉਹਦੀ ਬਾਂਹ ਵੱਢ ਦਿੰਦੇ ਸੀ, ਚੱਲ ਦਫਾ ਹੋ ਤੂੰ ਚੋਰੀ ਕਰਦਾ। ਇਸ ਤਰ੍ਹਾਂ ਦੀ ਸਜ਼ਾਵਾਂ ਕਈ ਦੇਸ਼ਾਂ 'ਚ। ਉਹਨੇ ਛੇਵੇਂ ਪਾਤਸ਼ਾਹ ਦਾ ਅੰਮ੍ਰਿਤਸਰ ਧਿਆਨ ਧਰਿਆ, ਉਹਦੇ ਛੇਵੇਂ ਅੰਮ੍ਰਿਤਸਰ ਅੰਦਰ ਛੇਵੇਂ ਪਾਤਸ਼ਾਹ ਦਾ ਅੰਮ੍ਰਿਤਸਰ ਧਿਆਨ ਧਰਿਆ। ਉਹਦੇ ਸੰਗਤ ਬੈਠੀ ਸਾਹਮਣੇ ਛੇਵੇਂ ਪਾਤਸ਼ਾਹ ਦੇ, ਕੋਈ ਪੈਸਾ 2 ਪੈਸੇ ਆਨਾ ਦਵਾਨੀ ਮੱਥਾ ਟੇਕ ਰਿਹਾ ਹੈ। ਜਦੋਂ ਸਿੱਖ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਮੇਰੀ ਲਾਜ ਰੱਖਣੀ ਅੱਜ, ਮੈਂ ਜਾਣ ਬੁੱਝ ਕੇ ਘੱਟ ਨਹੀਂ ਰੱਖੇ ਵੱਟੇ, ਪਰ ਮੇਰੀ ਸ਼ਿਕਾਇਤ ਹੋ ਗਈ ਕਿ ਮੇਰੇ ਵੱਟੇ ਘੱਟ ਨੇ, ਅੱਜ ਤੁਸੀਂ ਆਪਣੇ ਸਿੱਖ ਦੀ ਲਾਜ ਰੱਖਣੀ। ਤਾਂ ਛੇਵੇਂ ਪਾਤਸ਼ਾਹ ਨੇ ਕੀ ਕੀਤਾ, ਕੁਝ ਪੈਸੇ ਜਿਹੜੇ ਸਨ ਉਹਨਾਂ ਸਾਹਮਣੇ ਇੱਕ ਮੁੱਠੀ ਫਲ। ਜਦੋਂ ਉਹਨਾਂ ਨੇ ਵੱਟਾ ਜਿਸ ਪਾਸੇ ਪਾਇਆ ਅਤੇ ਦੂਜੇ ਪਾਸੇ ਸਰਕਾਰੀ ਵੱਟਾ ਰੱਖਿਆ ਨਾ, ਗੁਰੂ ਮਹਾਰਾਜ ਆਪਣਾ ਹੱਥ, ਪੈਸਿਆਂ ਵਾਲਾ ਹੱਥ ਉਹਦੇ ਵੱਟਿਆਂ ਵੱਲ ਕਰ ਲਿਆ। ਉਹ ਵੱਟਾ ਪੂਰਾ ਨਿਕਲਿਆ। ਜਦੋਂ ਵੱਟਾ ਉਹਦਾ ਬਦਲ ਕੇ ਦੂਜੇ ਪਲੜ 'ਚ ਰੱਖਿਆ ਸਰਕਾਰੀ ਵੱਟਾ, ਦੂਜੇ ਗੁਰੂ ਮਹਾਰਾਜ ਉਹ ਪੈਸੇ ਦੂਜੇ ਹੱਥੇ ਫੜ ਲਏ, ਉੱਧਰ ਵੱਟਾ ਪੂਰਾ ਕਰਤਾ। ਉਹ ਫਿਰ ਉੱਧਰ ਧਰ ਕੇ ਤੋਲਣ ਲੱਗੇ, ਫਿਰ ਗੁਰੂ ਨੇ ਇੱਧਰ ਪੈਸੇ ਫੜ ਲਏ, ਉੱਧਰ ਤੋਲੇ ਇੱਧਰ ਫੜ ਲਏ। ਜਦੋਂ ਕਿਤੇ ਨਵਾਬ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਗੁਰੂ ਨਾਨਕ ਦਾ ਸਿੱਖ ਕਦੇ ਘੱਟ ਨਹੀਂ ਤੋਲਦਾ, ਕਹਿੰਦਾ ਤੂੰ ਸ਼ਿਕਾਇਤ ਲਾਈ, ਆਪਣੇ ਨੌਕਰ ਕੇ ਫੜ ਕੇ ਨੂੰ ਅੰਦਰ ਕਰ ਦਿਓ। ਕਹਿੰਦੇ ਇਹ ਝੂਠੀਆਂ ਸ਼ਿਕਾਇਤਾਂ ਲਾਉਂਦੇ, ਗੁਰੂ ਨਾਨਕ ਦਾ ਸਿੱਖ ਕਿਵੇਂ ਘੱਟ ਤੋਲ ਸਕਦਾ। ਕਹਿੰਦਾ ਜਾ ਸਿੱਖਾ। ਸਿੱਖ ਨੇ ਸੱਚੀ ਆ ਕੇ ਸਰਕਾਰੀ ਵੱਟਿਆਂ ਨਾਲ ਆਪਣੇ ਵੱਟੇ ਤੋਲੇ, ਉਹ ਘੱਟ ਨਿਕਲੇ। ਕਹਿੰਦਾ ਵੀ ਅੱਜ ਤਾਂ ਗੁਰੂ ਮਹਾਰਾਜ ਮੇਰੀ ਲਾਜ ਰੱਖਦੀ। ਦੁਕਾਨ ਕੀਤੀ ਬੰਦ, ਪਰਿਵਾਰ ਨੂੰ ਲਿਆ ਨਾਲ ਅਤੇ ਸਿੱਧੇ ਹੀ ਅੰਮ੍ਰਿਤਸਰ ਆ ਗਿਆ ਹੈ। ਆ ਕੇ ਨਮਸਕਾਰ ਕੀਤੀ ਹੈ, ਗੁਰੂ ਮਹਾਰਾਜ ਦਾ ਬਹੁਤ ਧੰਨਵਾਦ ਕੀਤਾ ਹੈ, ਤੁਸੀਂ ਮੇਰੀ ਲਾਜ ਰੱਖੀ। ਜਦੋਂ ਗੁਰੂ ਮਹਾਰਾਜ ਵਾਰੀ ਪੈਸੇ ਕਦੇ ਇੱਧਰ ਕਰ ਰਹੇ ਸਨ, ਜਿਹੜੇ ਸਾਹਮਣੇ ਸਿੱਖ ਬੈਠੇ ਸਨ, ਕਹਿੰਦੇ ਮਹਾਰਾਜ ਜੀ ਅੱਜ ਕੀ ਗੱਲ ਹੋ ਗਈ, ਤੁਸੀਂ ਕਦੇ ਪੈਸਿਆਂ ਨੂੰ ਹੱਥ ਨਹੀਂ ਸੀ ਲਾਇਆ, ਅੱਜ ਕਦੇ ਕਿਸੇ ਹੱਥ 'ਚ ਫੜਦੇ ਹੋ, ਕਦੇ ਕਿਸੇ ਫੜਦੇ ਹੋ। ਕਹਿੰਦੇ ਭਾਈ
ਸਾਡਾ ਇੱਕ ਸਿੱਖ ਕੰਧਾਰ 'ਚ ਦੁਕਾਨਦਾਰ ਹੈਗਾ, ਕਿਸੇ ਨੇ ਸ਼ਿਕਾਇਤ ਕਰਤੀ ਵੀ ਇਹਦੇ ਵੱਟੇ ਘੱਟ ਨੇ। ਵਾਕਈ ਘੱਟ ਸਨ, ਪਰ ਉਹਨੇ ਬਾਜ਼ਾਰ 'ਚੋਂ ਖਰੀਦੇ ਸਨ, ਉਹਨੇ ਆਪ ਤੇ ਬਣਾਏ ਕੋਈ ਨਹੀਂ। ਅਸੀਂ ਫਿਰ ਉਹਦੀ ਲਾਜ ਰੱਖਣੀ ਸੀ, ਇਸ ਲਈ ਅਸੀਂ ਇਸ ਤਰ੍ਹਾਂ ਕਰਦੇ ਰਹੇ। ਸੋ ਇਸ ਲਈ ਕਹਿੰਦੇ ਸਾਡੀ ਰੱਖਿਆ ਨਾ ਆਪਣਾ ਹੱਥ ਦੇ ਕੇ ਕਰੋ। ਐਂ ਫਿਰ ਗੁਰੂ ਮਹਾਰਾਜ ਆਪਣੇ ਸਿੱਖ ਦੀ ਰੱਖਿਆ ਕਰਦੇ ਨੇ। ਕਹਿੰਦੇ ਪੂਰਨ ਹੋਏ ਹਮਾਰੀ ਆਸਾ, ਸਾਡੀ ਇੱਛਾ ਪੂਰੀ ਹੋਵੇ। ਤੋਰ ਭਜਨ ਕੀ ਰਹੇ ਪਿਆਸਾ, ਮੇਰੇ ਅੰਦਰ ਤੇਰੇ ਭਜਨ ਕਰਨ ਦੀ ਹਮੇਸ਼ਾ ਤਮੰਨਾ ਬਣੀ ਰਹੇ, ਹਮੇਸ਼ਾ ਪਿਆਸ ਰਹੇ, ਇੱਛਾ ਰਹੇ ਕਿ ਮੈਂ ਤੁਹਾਡੀ ਭਜਨ ਬੰਦਗੀ ਕਰਦਾ ਰਹਾਂ। ਫਿਰ ਸੁਣੋ, ਮੋਹ ਰੱਛਾ ਨਿਜ ਕਰਦਾ ਕਰੀਏ। ਆਪਣਾ ਹੱਥ ਦੇ ਕੇ, ਨਿਜ ਆਪਣਾ, ਰੱਛਾ ਮੈਨੇ ਰੱਖਿਆ, ਕਰ ਮੈਨੇ ਹੱਥ, ਦੈ ਮੈਨੇ ਦੇ ਕੇ, ਕਰੀਏ ਕਰੋ। ਹੇ ਪਰਮਾਤਮਾ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਸਭ ਬੈਰਨ ਕੋ ਆਜ ਸੰਘਰੀਏ, ਮੇਰੇ ਸਾਰੇ ਵੈਰੀਆਂ ਨੂੰ, ਦੁਸ਼ਮਣਾਂ ਨੂੰ ਅੱਜ ਹੀ ਮਾਰ ਦਿਓ। ਪੂਰਨ ਹੋਏ ਹਮਾਰੀ ਆਸਾ, ਸਾਡੇ ਮਨ ਦੀ ਇੱਛਾ ਪੂਰੀ ਹੋਵੇ। ਜੋ ਕੀ ਇੱਛਾ? ਤੋਰ ਭਜਨ ਕੀ ਰਹੇ ਪਿਆਸਾ, ਤੇਰੇ ਭਜਨਾਂ ਦੀ, ਤੇਰੀ ਬੰਦਗੀ ਦੀ ਹਮੇਸ਼ਾ ਮੇਰੇ ਮਨ 'ਚ ਤਮੰਨਾ ਰਹੇ, ਮੈਂ ਵੱਧ ਤੋਂ ਵੱਧ ਤੇਰੀ ਭਜਨ ਬੰਦਗੀ ਕਰਾਂ। ਅੱਗੇ ਕਹਿੰਦੇ ਤੁਮੈ ਛਾੜ ਕੋਈ ਅਵਰ ਨਾ ਧਿਆਉ। ਕਿਉਂਕਿ ਦੇਖੋ ਯਹੀਆ ਜੇ ਸ਼ੁਰੂ 'ਚ ਆ ਜੇ, ਜੇ ਤਾਂ ਯਹੀਆ ਅਖੀਰ 'ਚ ਹੁੰਦਾ, ਊੜੇ ਥਾਂ 'ਤੇ ਯਹੀਆ ਹੁੰਦਾ, ਫਿਰ ਧੱਦੇ ਦੀ ਸਿਹਾਰੀ ਬਿਹਾਰੀ ਦੀ ਤਰ੍ਹਾਂ ਹੋ ਜਾਣੀ ਸੀ। ਹੁਣ ਯਹੀਆ ਵਿਚਾਲੇ ਆ ਗਿਆ ਹੈ, ਹੁਣ ਸਿਹਾਰੀ ਸਿਹਾਰੀ ਹੀ ਰਹੇਗੀ। ਤੁਮੈ ਛਾੜ ਕੋਈ ਅਵਰ ਨਾ ਧਿਆਉ, ਹੁਣ ਉਹਨੂੰ ਧਿਆਉ ਨਹੀਂ ਪੜ੍ਹ ਦੇਣਾ, ਧਿਆਉ। ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਹੋ ਸਕਦਾ ਕਿਸੇ ਗੁਟਕਾਂ ਚਾਹੂੰ ਹੋਵੇ, ਨਹੀਂ ਤਾਂ ਉਂਝ ਚਾਹੂੰ ਹੈ। ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ। ਜੇ ਪੜ੍ਹੋਗੇ ਤਾਰੀਐ, ਉਹ ਤਾਂ ਤਾਰ ਦਿੰਦੇ ਹਨ। ਇਹ ਬੇਨਤੀ ਕੀਤੀ ਹੈ, ਤਾਰੀਐ, ਤਾਰ ਦਿਓ। ਜਿਵੇਂ ਮਾਰੀਐ, ਮਾਰ ਦਿਓ। ਸੇਵਕ ਸਿੱਖ ਹਮਾਰੇ ਤਾਰੀਐ, ਸਾਡੇ ਸੇਵਕਾਂ ਨੂੰ, ਸਿੱਖਾਂ ਨੂੰ ਤਾਰ ਦਿਓ। ਚੁਣ ਚੁਣ ਸਤਰ ਹਮਾਰੇ ਮਾਰੀਐ। ਹੁਣ ਸੁਣੋ, ਤੁਮੈ ਛਾੜ ਕੋਈ ਅਵਰ ਨਾ ਧਿਆਉ। ਹੇ ਪਰਮਾਤਮਾ, ਤੈਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਨਾ ਧਿਆਵਾਂ। ਕਿਉਂਕਿ ਦਸਮ ਪਾਤਸ਼ਾਹ ਕਹਿੰਦੇ ਜੇ ਧਿਆਉਣਾ ਤਾਂ ਸਿਰ ਤੇ ਸਿਰ ਪਰਮਾਤਮਾ ਨੂੰ ਧਿਆਉਣਾ। ਸਿੱਖ ਨੇ ਕਿਸੇ ਦੇਵੀ ਦੇਵਤੇ ਨੂੰ ਨਹੀਂ ਧਿਆਉਣਾ, ਭਾਵੇਂ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ। ਕਿਉਂਕਿ ਸਿੱਖ ਧਰਮ ਕਹਿੰਦਾ ਜਿਹੜੇ ਪਰਮਾਤਮਾ ਦੇ ਬਣਾਏ ਹੋਏ ਹਨ ਉਹਨਾਂ ਨੂੰ ਕੀ ਧਿਆਉਣਾ। ਜੋ ਬਣਾਉਣ ਵਾਲਾ ਹੈ ਉਸ ਨੂੰ ਧਿਆਓ। ਉਹ ਤਾਂ ਇੱਕ ਪਰਮਾਤਮਾ ਦੀ ਦਾਤ ਹੈ, ਦਾਤ ਨੂੰ ਕੀ ਧਿਆਉਣਾ, ਦਾਤੇ ਨੂੰ ਧਿਆਉਣਾ। ਇਸ ਲਈ ਸਿੱਖ ਵਾਹਿਗੁਰੂ ਵਾਹਿਗੁਰੂ ਕਰਦਾ ਸਿੱਧਾ ਹੀ। ਸਿੱਖ ਸਿੱਧਾ ਹੀ ਪਰਮਾਤਮਾ ਦਾ ਸਿਮਰਨ ਕਰਦਾ, ਹੋਰ ਕਿਸੇ ਨੂੰ ਨਹੀਂ ਧਿਆਉਂਦਾ। ਹਾਂ, ਸੰਤਾਂ ਮਹਾਤਮਾ ਦਾ ਉਹ ਸਤਿਕਾਰ ਕਰਦਾ ਹੈ, ਕਿਉਂਕਿ ਉਹ ਜਿਹੜੇ ਨੇ ਮਨੁੱਖ ਨੂੰ ਰੱਬ ਨਾਲ ਜੋੜਦੇ ਨੇ। ਜੋ ਵੀ ਸਾਨੂੰ ਰੱਬ ਨਾਲ ਜੋੜਦਾ ਸਾਡੇ ਲਈ ਸਤਿਕਾਰਯੋਗ ਹੈ। ਜੋ ਰੱਬ ਨਾਲ ਤੋੜਦਾ ਹੈ ਉਹ ਸਾਡੇ ਨਫ਼ਰਤ ਦਾ ਪਾਤਰ ਹੈ। ਵੀ ਆਪ ਨਾਮ ਜਪਦਾ ਨਹੀਂ, ਸਾਨੂੰ ਵੀ ਟੋਕਾ ਟਕਾਈ ਕਰਕੇ ਹਟਾਉਂਦਾ ਹੈ। ਕਈ ਟੋਕਾ ਟਕਾਈ ਕਰ ਦਿੰਦੇ। ਇੱਕ ਬੀਬੀ ਦਾ ਹੈ, ਕਹਿੰਦੇ ਮੇਰਾ ਘਰ ਵਾਲਾ ਕੇ ਕੀ ਹੈ ਤੂੰ ਵਾਰੀ 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 ਤੂੰ ਮੂਲ ਮੰਤਰ ਦਾ ਪਾਠ ਕਰੀ ਜਾਨੇ, ਇੱਕ ਵਾਰੀ ਹੋ ਗਿਆ ਬਹੁਤ ਹੈ। ਉਹਨਾਂ ਵਿਚਾਰੇ ਨੂੰ ਕਿਆ ਪਤਾ ਹੈ। ਕਹਿ ਰਹੇ ਵਿਚਾਰੇ ਜੀ ਮੇਰਾ ਘਰ ਵਾਲਾ ਕੋ ਅੱਕੀ ਵਾਰੀ 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 ਤੂੰ ਮੂਲ ਮੰਤਰ ਜਾਪ ਕਰਦੀ ਰਹਿੰਦੀ। ਹੁਣ ਜਿੰਨਾ ਕਦੇ ਸਤ ਸੰਗਤ ਨਹੀਂ ਕੀਤੀ, ਕਦੇ ਬਾਣੀ ਨਹੀਂ ਪੜ੍ਹੀ, ਉਹਨਾਂ ਨੂੰ ਕੀ ਪਤਾ ਕਿ ਵਾਰੀ ਵਾਰੀ ਦਾ ਵੀ ਕੀ ਅਸਰ ਹੁੰਦਾ। ਮਸ਼ੀਨ ਆਪਣੀ ਥਾਂ 'ਤੇ ਖੜ੍ਹੀ ਹੈ, ਕਾਰਖਾਨਾ ਚੱਲ ਕੇ ਨਹੀਂ ਜਾਂਦਾ, ਆਪਣੀ ਥਾਂ 'ਤੇ ਖੜ੍ਹਾ ਨਾ।
ਆ ਕਾਗਜ਼ ਬਣਾਉਣ ਵਾਲਾ ਕਦੇ ਕਾਰਖਾਨਾ ਜਾ ਕੇ ਦੇਖੋ, ਆਪਣੀ ਥਾਂ 'ਤੇ ਖੜ੍ਹਾ, ਸਿਰਫ ਉਹਦੀ ਚਰਖੜੀਆਂ ਘੁੰਮ ਰਹੀਆਂ ਨੇ, ਉਹ ਘੁੰਮ ਰਹੀਆਂ। ਉਹ ਕਿੰਨਾ ਇੱਕ ਦਿਨ 'ਚ ਕਾਗਜ਼ ਤਿਆਰ ਕਰ ਦਿੰਦੀਆਂ ਹੈ, ਖੜੀਆਂ ਉੱਥੇ ਹੀ ਨੇ, ਸਿਰਫ ਆਪਣੀ ਥਾਂ 'ਤੇ ਘੁੰਮ ਰਹੀਆਂ ਨੇ। ਉਹ ਵਾਰੀ ਵਾਰੀ ਘੁੰਮੀ ਜਾਂਦੇ, ਉਹ ਵਾਰੀ ਘੁੰਮਣ ਕਾਰਨ ਹੀ ਕਿੰਨਾ ਕੁਛ ਬਣ ਜਾਂਦਾ। ਆ ਕੱਪੜਾ ਤਿਆਰ ਹੁੰਦਾ ਹੈ, ਕਦੇ ਦੇਖੋ ਜਾ ਕੇ ਉੱਥੇ। ਮਸ਼ੀਨ ਆਪਣੇ ਥਾਂ 'ਤੇ ਗੱਡੀ ਹੋਈ ਧਰਤੀ 'ਤੇ, ਜਿਹੜੀਆਂ ਚਰਖੜੀਆਂ ਨੇ ਉਹ ਘੁੰਮੀ ਜਾ ਰਹੀਆਂ ਆਪਣੀ ਥਾਂ 'ਤੇ ਹੀ, ਉਹ ਘੁੰਮੀ ਜਾ ਰਹੀਆਂ ਵਾਰੀ ਕਰਕੇ, ਕਿੰਨਾ ਕੱਪੜਾ ਤਿਆਰ ਕਰ ਦਿੰਦੇ। ਇਸੇ ਜਦੋਂ ਅਸੀਂ ਵਾਰੀ ਵਾਹਿਗੁਰੂ ਕਰਦੇ ਰਹਿੰਦੇ ਹਾਂ, ਵਾਰੀ ਮੂਲ ਮੰਤਰ ਜਾਪ ਕਰਦੇ ਰਹਿੰਦੇ ਹਾਂ, ਵਾਰੀ ਪਾਠ ਕਰਦੇ ਰਹਿੰਦੇ ਹਾਂ, ਕਿੰਨਾ ਕੁਛ ਹੋ ਜਾਂਦਾ ਹੈ। ਇਸ ਲਈ ਇੱਕ ਵਾਰੀ ਤੁਸੀਂ ਰੋਟੀ ਨਹੀਂ ਖਾਂਦੇ, ਵਾਰੀ ਰੋਟੀ ਖਾਣੇ ਹੋ ਨਾ, ਵਾਰੀ ਪਾਣੀ ਪੀਣੇ ਹੋ ਨਾ, ਵਾਰੀ ਸਾਹ ਲੈਣੇ ਹੋ ਨਾ, ਸਾਹ ਵਾਰੀ ਲੈ ਸਕਦੇ ਹਾਂ, ਰੋਟੀ ਵਾਰੀ ਖਾ ਸਕਦੇ ਹਾਂ, ਪਾਣੀ ਵਾਰੀ ਪੀ ਸਕਦੇ ਹਾਂ, ਪਰ ਪਾਠ ਵਾਰੀ ਨਹੀਂ ਕਰ ਸਕਦੇ, ਉਹਦੇ ਕੋਈ ਤਕਲੀਫ ਹੁੰਦੀ ਹੈ। ਇਹ ਵਾਰੀ ਨਾਲ ਹੀ ਤੇ ਗੱਲ ਬਣਨੀ ਹੈ ਸਾਰੀ। ਰੈਪੀਟੀਸ਼ਨ ਹੈ। ਇੱਕ ਵਾਰੀ ਬੱਚੇ ਨੇ ਪੜ੍ਹ ਲਿਆ, ਕੋਈ ਸਮੇਂ ਬਾਅਦ ਫਿਰ ਪੜ੍ਹਦਾ, ਫਿਰ ਯਾਦ ਕਰਦਾ, ਇਮਤਿਹਾਨਾਂ ਦੇ ਨੇੜੇ ਆ ਕੇ ਫਿਰ ਯਾਦ ਕਰਦਾ, ਸਵੇਰੇ ਇਮਤਿਹਾਨ ਦੇਣ ਤੋਂ ਪਹਿਲਾਂ ਇੱਕ ਵਾਰੀ ਫਿਰ ਯਾਦ ਕਰਕੇ ਜਾਂਦਾ। ਇਹ ਜਿਹੜੀ ਰੈਪੀਟੀਸ਼ਨ ਹੈ, ਇਹਦੇ ਨਾਲ ਹੀ ਸਾਰੀ ਗੱਲ ਬਣਿਆ ਕਰਦੀ ਹੈ। ਸਹੀ ਬਾਣੀ ਵਾਰੀ ਪੜ੍ਹੋ, ਸਿਮਰਨ ਵਾਰੀ ਕਰੋ। ਜਦੋਂ ਅਸੀਂ ਵਾਰੀ ਬਾਣੀ ਪੜ੍ਹਦੇ ਹਾਂ, ਉਸ ਬਾਣੀ ਦੇ ਵਿੱਚ ਜਿਹੜੀ ਗੱਲ ਹੈ ਨਾ, ਉਹ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਲੈ ਤੁਸੀਂ ਸਿਰਫ ਇੰਨਾ ਹੀ ਕਰੀ ਜਾਓ। ਮੈਂ ਆਪ ਤਜਰਬਾ ਕੀਤਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਲੈ ਇੱਕੋ ਲਾਈਨ ਬਹੁਤ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਕਿ ਪਰਮਾਤਮਾ ਦਾ ਸਿਮਰਨ ਕਰਨਾ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ। ਇਸੇ ਦਾ ਜਾਪ ਕਰਦੇ ਰੋੜਦੇ ਬੈਠਦੇ ਤੁਰਦੇ ਫਿਰਦੇ ਤੁਸੀਂ ਅਮੀਰ ਹੋ ਜਾਓਗੇ। ਇੱਕੋ ਲਾਈਨ ਨੇ ਤੁਹਾਨੂੰ ਅਮੀਰ ਕਰ ਦੇਣਾ। ਪਰ ਕਰੇ ਕੌਣ? ਕਰੇ ਮਾਂ, ਅਮੀਰ ਪੁੱਤਰ ਹੋ ਜੇ। ਪਾਠ ਕਰੇ ਮਾਂ, ਪੁੱਤਰ ਕਨੇਡਾ ਚਲਿਆ ਜਾਵੇ। ਇਹੋ ਜਿਹੇ ਤਾਂ ਅੱਜ ਕੱਲ੍ਹ ਪੁੱਤਰ ਨੇ। ਜਾਣਾ ਤੂੰ ਹੈ ਅਤੇ ਪਾਠ ਕਹਿੰਦੇ ਮਾਂ ਕਰੇ। ਅਸੀਂ ਆਪਣੇ ਭਲੇ ਲਈ ਕੁਛ ਕਰਨ ਨੂੰ ਤਿਆਰ ਨੇ, ਦੂਜੇ ਲਈ ਅਸੀਂ ਕੀ ਸੁਆਹ ਕਰਾਂਗੇ। ਇਹੋ ਜਿਹੇ ਲੋਕਾਂ ਤੋਂ ਕੀ ਉਮੀਦ ਹੋ ਸਕਦੀ ਹੈ ਕਿ ਕੱਲ੍ਹ ਨੂੰ ਇਹ ਤੁਹਾਡੀ ਸਹਾਇਤਾ ਕਰਨਗੇ, ਜਿਹੜੀ ਆਪਣੀ ਸਹਾਇਤਾ ਆਪ ਹੀ ਕਰਨ ਨੂੰ ਤਿਆਰ ਨਹੀਂ ਹੈ। ਸੋ ਗੁਰਬਾਣੀ ਕਹਿੰਦੇ ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਬਾਈਬਲ 'ਚ ਲਿਖਿਆ ਗੋਡ ਹੈਲਪਸ ਦੋਜ਼, ਰੱਬ ਉਹਨਾਂ ਦੀ ਮਦਦ ਕਰਦਾ ਹੂ ਹੈਲਪ ਦੈਮਸੈਲਵਸ, ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਆਪ ਹੱਥ 'ਤੇ ਹੱਥ ਧਰ ਕੇ ਬੈਠੇ ਰਹੀਏ, ਦੂਜਾ ਕੌਣ ਕਰੇਗਾ ਬਈ? ਆਪ ਮਿਹਨਤ ਕਰੋ, ਆਪ ਯਤਨ ਕਰੋ, ਕੋਈ ਨਾ ਕੋਈ ਤੁਹਾਡੀ ਸਹਾਇਤਾ 'ਤੇ ਆ ਜਾਏਗਾ। ਸੋ ਵੱਧ ਤੋਂ ਵੱਧ ਮਿਹਨਤ ਕਰੋ। ਹੋਰ ਤਾਂ ਸਫਲਤਾ ਦੀ ਕੁੰਜੀ ਨਹੀਂ ਹੈ। ਸਫਲਤਾ ਦੀ ਕੁੰਜੀ ਹੈ ਹਾਰਡ ਵਰਕ ਇਜ਼ ਕੀ ਟੂ ਸਕਸੈਸ। ਸਖਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਕਿਸੇ ਪਾਸੇ ਵੀ ਤੁਸੀਂ ਸਫਲ ਹੋਣਾ, ਤੁਹਾਨੂੰ ਮਿਹਨਤ ਕਰਨੀ ਪੈਣੀ। ਥੁੱਕੀ ਬੜੇ ਨਹੀਂ ਪੱਕਦੇ ਹੈਗੇ। ਜੇ ਨਹੀਂ ਮਿਹਨਤ ਕਰੋ, ਰੀਹ ਪੀਰਾਂ ਆਈ ਜਾਣਗੀਆਂ, ਫਿਰ ਨੌਕਰੀ ਤਾਂ ਮਿਲਣੀ ਕੋਈ ਨਹੀਂ। ਰੀਹ ਪੀਰਾਂ ਆਈ ਜਾਣਗੀਆਂ, ਨੌਕਰੀ ਨਹੀਂ ਮਿਲਣੀ। ਫਿਰ ਨੌਕਰੀਆਂ ਤਾਂ ਬਹੁਤ ਤਕੜੇ ਨੰਬਰਾਂ ਵਾਲਿਆਂ ਨੂੰ ਮਿਲਦੀਆਂ ਨੇ। ਸੋ ਇਸ ਲਈ ਇਹ ਬਾਣੀ ਵੀ ਵਾਰੀ ਪੜ੍ਹਨੀ ਹੈ। ਕੋਈ ਬੜੇ ਸਾਲ ਪਹਿਲਾਂ ਦੀ ਗੱਲ ਹੈ, ਮੈਂ 9ਵੇਂ ਪਾਤਸ਼ਾਹ ਦਾ ਜੀਵਨ ਪੜ੍ਹਿਆ। ਉਹਨਾਂ ਕੋਲ ਉਜੈਨ, ਮੱਧ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਉਜੈਨ। ਉੱਥੇ ਦਾ ਇੱਕ ਸੇਠ ਆ ਗਿਆ, ਦੁਕਾਨਦਾਰ। ਹੋਰ ਵੀ ਸੰਗਤ ਆ ਗਈ ਹੈ। 3-4 ਮਹੀਨੇ ਰਹਿ ਕੇ ਸੇਵਾ ਕੀਤੀ। ਹੁਣ ਜਾਣ ਲੱਗੇ ਨੇ, ਗੁਰੂ ਮਹਾਰਾਜ ਤੋਂ ਆਗਿਆ ਲੈਂਦੇ ਨੇ। ਗੁਰੂ ਮਹਾਰਾਜ ਕਹਿੰਦੇ ਭਾਈ ਕਿਸੇ ਨੇ ਕੋਈ ਪੁੱਛਣਾ ਹੋਵੇ ਪੁੱਛ ਲਓ। ਉਹ ਸੇਠ ਬਿਸ਼ੰਬਰ ਦਾਸ ਸੀ। ਉਹ ਖੜ੍ਹਾ ਹੋ ਗਿਆ ਹੱਥ ਜੋੜਦੇ, ਮਹਾਰਾਜ ਜੀ ਮੈਂ ਦੁਕਾਨਦਾਰ ਹਾਂ, ਪਰ ਮੇਰੀ ਦੁਕਾਨਦਾਰੀ ਚੱਲਦੀ ਨਹੀਂ ਹੈਗੀ। ਕਹਿੰਦੇ ਅੱਛਾ, ਤੈਨੂੰ ਕਹਿੰਦੇ ਜਪਜੀ ਸਾਹਿਬ ਦਾ ਪਾਠ ਆਉਂਦਾ? ਕਹਿੰਦਾ ਹਾਂਜੀ। ਆਨੰਦ ਸਾਹਿਬ ਦਾ ਪਾਠ ਆਉਂਦਾ? ਕਹਿੰਦਾ ਹਾਂਜੀ। ਠੀਕ ਹੈ। ਕਹਿੰਦੇ ਤੂੰ ਨਾ ਜਦੋਂ ਘਰ ਚਲਿਆ ਜਾਏਗਾ
ਇੱਕ ਲੱਕੜ ਦੀ ਚੌਂਕੀ ਬਣਵਾ ਲਈ। ਫਿਰ ਜਿੰਨੇ ਘਰ ਦੇ ਜੀ ਨੇ ਓਨੀ ਕੁ ਦੇਗ ਬਣਾ ਲਈ ਭਾਂਡੇ 'ਚ, ਉਹ ਭਾਂਡੇ 'ਚ ਪਾ ਕੇ ਉੱਤੋਂ ਕੱਪੜੇ ਨਾਲ ਢੱਕ ਕੇ ਉਹ ਚੌਂਕੀ ਦੇ ਉੱਤੇ ਰੱਖ ਲੈਣੀ। ਆਪ ਚੌਂਕੀ ਦੇ ਨਾਲ ਇੱਕ ਕੱਪੜਾ ਵਿਛਾ ਕੇ ਬਹਿ ਜਾਣਾ, ਅਤੇ ਉਹ ਜਿਹੜੀ ਦੇਗ ਹੈ ਨਾ ਉਹਦੇ ਵੱਲ ਮੂੰਹ ਕਰ ਲੈਣਾ, ਅਤੇ ਦੇਗ ਨੂੰ ਗੁਰੂ ਮਹਾਰਾਜ ਸਮਝ ਕੇ ਨਾ ਆਨੰਦ ਸਾਹਿਬ ਦੀ 40 ਪੌੜੀ ਦਾ ਪਾਠ ਕਰਨਾ। ਐਂ ਸਮਝ ਵੀ ਮੈਂ ਕਿਸੇ ਨੂੰ ਸੁਣਾ ਰਿਹਾ। ਦੇਗ ਵੱਲ ਮੂੰਹ ਕਰਕੇ 40 ਆਨੰਦ ਸਾਹਿਬ ਦੀਆਂ ਪੌੜੀਆਂ ਦਾ ਪਾਠ ਕਰਨਾ। ਫਿਰ ਗੁਰੂ ਨਾਨਕ ਦੇਵ ਨੂੰ ਬੇਨਤੀ ਕਰਨੀ, ਸੱਚੇ ਪਾਤਸ਼ਾਹ ਮੇਰੇ ਕਾਰੋਬਾਰ 'ਚ ਵਾਧੇ ਕਰੋ, ਅਤੇ ਫਿਰ ਘਰ ਦੇ ਜੀਆਂ ਨੇ ਦੇਗ ਛਕ ਲੈਣੀ। ਬਾਹਰ ਨਹੀਂ ਕਿਸੇ ਨੂੰ ਦੇਣੀ। ਹਾਂ, ਪਰ ਉਸ ਵੇਲੇ ਘਰ 'ਚ ਕੋਈ ਪ੍ਰਾਹੁਣਾ ਆਇਆ ਉਹਨੂੰ ਤੁਸੀਂ ਵਰਤਾ ਸਕਦੇ ਹੋ, ਆਮ ਕਿਸੇ ਨੂੰ ਦੇਗ ਨਹੀਂ ਦੇਣੀ। ਇਸ ਤਰ੍ਹਾਂ ਭਾਈ ਤੂੰ 40 ਦਿਨ ਕਰੀਂ, ਕੋਈ ਨਹੀਂ ਗੁਰੂ ਨਾਨਕ ਦੇਵ ਜੀ ਕਿਰਪਾ ਕਰੇ, ਤੇਰੇ ਕਾਰੋਬਾਰ 'ਚ ਵਾਧੇ ਕਰ ਦੇਣਗੇ। ਲਓ ਜੀ, ਨੂੰ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਅੱਜ ਕੁਝ, ਕੱਲ੍ਹ ਕੁਝ ਸਾਲਾਂ 'ਚ ਹੀ ਉਹ ਜੈਨ ਦਾ ਸੇਠ ਬਿਸ਼ੰਬਰ ਦਾਸ ਬਣ ਗਿਆ। ਸੇਠ ਬਿਸ਼ੰਬਰ ਦਾਸ ਬਣ ਗਿਆ। ਫਿਰ ਉਹਨੇ ਆਪਣੇ ਪੁੱਤਰ ਨੂੰ ਕਹਿੰਦਾ, ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਇੰਨਾ ਲੰਮਾ ਸਫ਼ਰ ਪੈਦਲ ਨਹੀਂ ਹੁੰਦਾ। ਆਹ ਪੁੱਤਰ 700 ਰੁਪਈਆ ਦਸਵੰਧ ਹੈ। ਉਸ ਜ਼ਮਾਨੇ 'ਚ ਜਦੋਂ ਗੁਰੂ ਮਹਾਰਾਜ ਨੂੰ ਕੋਈ ਪੈਸਾ ਮੱਥਾ ਟੇਕਦਾ, 2 ਪੈਸੇ ਕੋਈ ਅੰਨਾ ਮੱਥਾ ਟੇਕਦਾ ਸੀ। ਕਹਿੰਦੇ 700 ਰੁਪਈਆ ਦਸਵੰਧ ਦਾ ਇਹ ਦੇ ਕੇ ਆ। ਅਤੇ ਉਹਨੇ ਚਿਰ ਨੂੰ 10ਵੇਂ ਪਾਤਸ਼ਾਹ ਗੁਰੂ ਬਣ ਚੁੱਕੇ ਸਨ। ਅਤੇ ਫਿਰ ਉਹਨੇ ਸਾਰਾ ਉਹ ਕਹਿੰਦੇ ਭਈ ਇਹ ਕਾਹਦਾ ਹੈ, ਅਤੇ ਉਹਨੇ ਸਾਰੀ ਸੰਗਤ ਨੂੰ ਸੁਣਾਇਆ ਵੀ ਇਸ ਤਰ੍ਹਾਂ ਹੋਇਆ। ਉਹ ਮੈਨੂੰ ਰਿਹਾ ਯਾਦ, ਆਪਣੀ ਕਲੋਨੀ ਦਾ ਇੱਕ ਪਰਿਵਾਰ ਆ ਗਿਆ ਵੀ ਸਾਡਾ ਜੀ ਤ੍ਰਿਪੜੀ ਜਿਹਨਾਂ ਦੀ ਦੁਕਾਨ ਸੀ, ਦੁਕਾਨ ਨਹੀਂ ਚੱਲਦੀ। ਮੈਂ ਕਿਹਾ ਲੈ ਵੀ ਇਹਨਾਂ 'ਤੇ ਤਜਰਬਾ ਕਰਦੇ ਹਾਂ। ਮੈਂ ਉਸੇ ਤਰ੍ਹਾਂ ਉਹਨਾਂ ਨੂੰ ਦੇਤਾ। ਉਹ ਤਾਂ 1 ਸਾਲ ਦੇ ਵਿੱਚ 1 ਦੁਕਾਨ ਤੋਂ 2 ਦੁਕਾਨਾਂ ਹੋ ਗਈਆਂ, 2 ਦੁਕਾਨਾਂ ਹੋ ਗਈਆਂ। ਇਸ ਵੇਲੇ 22 ਨੰਬਰ ਫਾੜੇ 'ਤੇ ਕਿੱਡੀ ਵੱਡੀ ਉਹਨਾਂ ਦੀ ਦੁਕਾਨ ਹੈ, ਬੱਲੇ ਬੱਲੇ ਹੋ ਗਈ ਹੈ। ਪਾਠ ਹੈ। ਲੋਕ ਉਂਝ ਹੀ ਧੱਕੇ ਧੋੜੇ ਜਿਹੇ ਖਾਈ ਜਾਂਦੇ ਨੇ, ਭਾਈ ਖਾਈ ਜਾਓ। ਗੁਰੂ ਮਹਾਰਾਜ ਨੇ ਸਾਡੇ 'ਤੇ ਕਿੱਡੀ ਕਿਰਪਾ ਕੀਤੀ। ਉਹਨੇ ਪਹਿਲਾਂ ਬਾਣੀ ਲਿਖੀ, ਪੰਚਮ ਪਾਤਸ਼ਾਹ ਨੇ ਹੋਰ ਕਿਰਪਾ ਕੀਤੀ, ਸਾਰੀ ਬਾਣੀ ਇਕੱਠੀ ਕਰਤੀ। 10ਮ ਪਾਤਸ਼ਾਹ ਨੇ ਹੋਰ ਕਿਰਪਾ ਕੀਤੀ, ਗੁਰੂ ਦਾ ਦਰਜਾ ਦੇ ਗਏ। ਬਾਣੀ ਨੂੰ ਗੁਰੂ ਬਣਾ ਕੇ, ਗੁਰੂ ਜੋ 10 ਗੁਰੂ ਸਿੱਖਾਂ ਦਾ ਕੰਮ ਕਰਦੇ ਸਨ, ਉਹੀ ਕੰਮ ਹੁਣ ਗੁਰੂ ਗ੍ਰੰਥ ਸਾਹਿਬ ਜਿਹੜੀ ਬਾਣੀ ਹੈ ਨਾ ਇਹ ਕਰਦੀ ਹੈ। ਲਾਭ ਅਸੀਂ ਉਠਾਉਣੇ, ਗੁਰੂ ਮਹਾਰਾਜ ਤਾਂ ਸਾਨੂੰ ਦੇ ਗਏ ਨੇ। ਗੁਰੂ ਮਹਾਰਾਜ ਸਾਨੂੰ ਇੰਨੀ ਜ਼ਬਰਦਸਤ ਬਾਣੀ ਦੇ ਗਏ ਨੇ। ਇਹਦੇ ਤਜਰਬੇ ਕਰੋ, ਜ਼ਿੰਦਗੀ ਦੀ ਵਰਤੋਂ ਕਰੋ, ਧੱਕੇ ਧੋੜੇ ਨਾ ਖਾਓ, ਬਾਣੀ ਪੜ੍ਹੋ, ਤੁਹਾਡੀ ਕਿਸਮਤ ਬਦਲ ਜਾਏਗੀ। ਬੈਡ ਲੱਕ ਤਾਂ ਗੁੱਡ ਲੱਕ ਹੋ ਜਾਏਗੀ। ਪੜ੍ਹਿਆ ਕਰੋ ਬਾਣੀ, ਜਪਿਆ ਕਰੋ ਨਾਮ। ਸੋ ਗੁਰੂ ਮਹਾਰਾਜ ਕਹਿੰਦੇ, ਤੁਮੈ ਛਾੜ ਕੋਈ ਅਵਰ ਨਾ ਧਿਆਉਂ, ਹੇ ਪਰਮਾਤਮਾ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਨੂੰ ਨਾ ਧਿਆਵਾਂ। ਜੋ ਵਰ ਚਾਹਾਂ ਸੋ ਤੁਮ ਤੇ ਪਾਉਂ, ਜਿਹੜਾ ਵਰ ਵੀ ਮੈਨੂੰ ਚਾਹੀਦਾ ਉਹ ਮੈਂ ਤੁਹਾਡੇ ਤੋਂ ਪਾ ਲਵਾਂ। ਮੈਨੂੰ ਕਿਸੇ ਨੂੰ ਲੋੜ ਨਹੀਂ ਕਿਸੇ ਤੋਂ ਮੰਗਣ ਦੀ, ਮੈਂ ਤਾਂ ਬਸ ਤੁਹਾਨੂੰ ਧਿਆਵਾਂ, ਅਤੇ ਜੋ ਵਰ ਮੈਨੂੰ ਚਾਹੀਦਾ ਉਹ ਤੁਹਾਡੇ ਤੋਂ ਪਾ ਲਾਂ। ਸੇਵਕ ਸਿੱਖ ਹਮਾਰੇ ਤਾਰੀਐ, ਸਾਡੇ ਸੇਵਕਾਂ ਨੂੰ, ਸਾਡੇ ਸਿੱਖਾਂ ਨੂੰ ਤਾਰ ਦਿਓ। ਤਾਰੀਐ, ਤਾਰ ਦਿਓ। ਚੁਣ ਚੁਣ ਸਤਰ ਹਮਾਰੇ ਮਾਰੀਐ, ਚੁਣ ਚੁਣ ਕੇ ਸਾਡੇ ਸਤਰ ਮੈਨੇ ਸ਼ਤਰੂ ਦੁਸ਼ਮਣ, ਸਾਡੇ ਦੁਸ਼ਮਣਾਂ ਨੂੰ ਚੁਣ ਚੁਣ ਕੇ ਮਾਰ ਦਿਓ। ਮਾਰੀਐ, ਮਾਰ ਦਿਓ। ਤਾਰੀਐ, ਤਾਰ ਦਿਓ। ਸੇਵਕ ਸਿੱਖ ਹਮਾਰੇ ਤਾਰੀਐ, ਸਾਡੇ ਸੇਵਕਾਂ ਨੂੰ, ਸਾਡੇ ਸਿੱਖਾਂ ਨੂੰ ਤਾਰ ਦਿਓ। ਚੁਣ ਚੁਣ ਸਤਰ ਹਮਾਰੇ ਮਾਰੀਐ, ਅਤੇ ਚੁਣ ਚੁਣ ਕੇ ਸਾਡੇ ਦੁਸ਼ਮਣਾਂ ਨੂੰ ਮਾਰ ਦਿਓ। ਸੋ 10ਵੇਂ ਪਾਤਸ਼ਾਹ ਕਹਿੰਦੇ, ਹੇ ਪਰਮਾਤਮਾ ਤੈਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਨਹੀਂ ਧਿਆਵਾਂਗਾ। ਜਿਹੜਾ ਵਰ ਵੀ ਮੈਨੂੰ ਚਾਹੀਦਾ ਉਹ ਮੈਂ ਤੁਹਾਡੇ ਤੋਂ ਹੀ ਪਾਵਾਂਗਾ।
ਸਾਡੇ ਸੇਵਕਾਂ ਨੂੰ, ਸਾਡੇ ਸਿੱਖਾਂ ਨੂੰ ਤੁਸੀਂ ਤਾਰ ਦਿਓ, ਪਾਰ ਉਤਾਰਾ ਕਰ ਦਿਓ ਇਹਨਾਂ ਦਾ। ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਨੂੰ ਚੁਣ ਚੁਣ ਕੇ ਮਾਰ ਦਿਓ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।